गुरु प्यारियो गुरु सवारियो वडभागे हो। सतगुरां दी पावन गोद अंदर सत संगत रूप हो करके बैठण दा सुभाग समा। सतगुरु गरीब नवाज सच्चे पातशाह जी ने बख्शिश कीता है। गुरु सवारे कीर्तनीए आपां नूं पावन गुरबाणी दा कीर्तन सरवण करवा करके गए ने। वडभागे हो ये ओ पावन अस्थान है सतगुरां दा, जिस बारे पावन गुरबाणी दे बचन ने डिठे सभे थाव नहीं तुद जेहिया। बदोह पुरख विधाता तां तू सोहिया। वसदी सगन अपार अनूप रामदास पुर। हर हां नानक कसमल जाहे नहाया रामदास सर। सतगुरु अर्जन देव सच्चे पातशाह जी ने सचखंड श्री हरमंदर साहिब की महिमा करदियां ये पावन बचन उचारे ने कि दुनिया के सारे थां वेख लए ने, पर धन गुरु रामदास सच्चे पातशाह तुहाडे वर्गा थां होर कोई दुनिया विच नहीं। जिन्हों सिੱਖੀ ਦਾ ਕੇਂਦਰ ਕਿਹਾ ਜਾਂਦਾ है, ਜਿੱਥੋਂ ਦੇ ਦਰਸ਼ਨਾਂ ਵਾਸਤੇ ਅਸੀਂ ਰੋਜ਼ਾਨਾ ਅਰਦਾਸ ਵਿੱਚ ਵੀ ਸਤਿਗੁਰਾਂ ਅੱਗੇ ਕਈ ਵਾਰ ਇਹ ਬਚਨ ਕਹਿੰਦੇ ਹਾਂ, ਬੇਨਤੀ ਕਰਦੇ ਹਾਂ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਸੋ ਆਪ ਵਡਭਾਗੇ ਹੋ ਜਿਨ੍ਹਾਂ ਨੂੰ ਐਸੇ ਮਹਾਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨਾਂ 'ਤੇ ਇਸ਼ਨਾਨ ਕਰਨ ਦਾ, ਦਰਸ਼ਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਇਸ ਪਾਵਨ ਅਸਥਾਨ 'ਤੇ ਆਪਾਂ ਰੋਜ਼ਾਨਾ ਗੁਰੂ ਕੇ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਦੇ ਆ ਰਹੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਲਗੀਧਰ ਪਾਤਸ਼ਾਹ ਤਿਨਾਂ ਦੇ ਪਾਵਨ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ। ਕੱਲ ਆਪਾਂ ਵਿਚਾਰ ਸਰਵਣ ਕੀਤੇ ਸਨ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੀਦਾਰੇ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਨੇ। ਵਿਸਾਖੀ ਦੇ ਦਿਹਾੜੇ ਦਾ ਪੁਰਬ ਮਨਾਇਆ ਗਿਆ। ਦੂਰੋਂ ਦੂਰੋਂ ਸੰਗਤਾਂ ਸਤਿਗੁਰਾਂ ਦੇ ਪਿਆਰ ਵਾਲੀਆਂ ਚੱਲ ਕਰਕੇ ਆਈਆਂ ਨੇ। ਇੱਕ ਦਿਨ ਗਰੀਬ ਨਵਾਜ ਸਤਿਗੁਰੂ ਜੀ ਸ਼ਸਤਰ ਬਸਤਰ ਸਜਾ ਕਰਕੇ ਸਿੰਘਾਸਣ ਦੇ ਉੱਪਰ ਸੁਭਾਏਮਾਨ ਨੇ। ਸੰਗਤਾਂ ਸਤਿਗੁਰਾਂ ਦੇ ਦਰਸ਼ਨ ਪਰਸ ਰਹੀਆਂ ਨੇ। ਕੋਈ ਸਤਿਗੁਰਾਂ ਦੇ ਦਰਸ਼ਨ ਕਰਕੇ ਜਾ ਰਿਹਾ ਹੈ, ਕੋਈ ਦਰਸ਼ਨਾਂ ਵਾਸਤੇ ਆ ਰਿਹਾ ਹੈ, ਕੋਈ ਬੈਠ ਕਰਕੇ ਸਤਿਗੁਰਾਂ ਦੇ ਕੋਲ ਅਮੋਲਕ ਬਚਨਾਂ ਨੂੰ ਸਰਵਣ ਕਰ ਰਿਹਾ ਹੈ, ਕੋਈ ਅਰਦਾਸ ਕਰ ਰਿਹਾ ਹੈ। ਕਿਸੇ ਦੀ ਭਾਵਨਾ ਇੱਛਾ ਪੂਰੀ ਹੋਈ ਹੈ, ਸਤਿਗੁਰਾਂ ਦਾ ਸ਼ੁਕਰਾਨਾ ਕਰ ਰਿਹਾ ਹੈ, ਕੋਈ ਹੋਰ ਭਾਵਨਾ ਲੈ ਕਰਕੇ ਆ ਰਿਹਾ ਹੈ। ਤਾਂ ਉਸ ਵੇਲੇ ਇੱਕ ਸਿੱਖ ਆਪਣੀ ਪਤਨੀ ਸਮੇਤ ਸਤਿਗੁਰਾਂ ਦੇ ਚਰਨਾਂ ਵਿੱਚ ਚੱਲ ਕਰਕੇ ਆਇਆ। ਗਰੀਬ ਨਵਾਜ ਸਤਿਗੁਰਾਂ ਨੂੰ ਨਮਸਕਾਰ ਕੀਤੀ ਤੇ ਬੇਨਤੀ ਕਰਨ ਲੱਗਾ ਕਿ ਸੱਚੇ ਪਾਤਸ਼ਾਹ ਤੁਸੀਂ ਸੁੱਖਾਂ ਦਾਤੇ ਹੋ। ਇੱਕ ਪੁੱਤਰ ਆਪ ਜੀ ਨੇ ਬਖਸ਼ਿਸ਼ ਕੀਤਾ ਹੈ ਤੇ ਉਹ ਵੀ ਜਿਹੜਾ ਹੈ ਆਪਣੀ ਘਰਵਾਲੀ ਨੂੰ ਛੱਡ ਕਰਕੇ ਬਾਵਲਾ ਹੋਇਆ ਫਿਰਦਾ ਹੈ। ਚੰਗੇ ਗੁਰਸਿੱਖ ਪਰਿਵਾਰ ਦੇ ਵਿੱਚੋਂ
ਉਹਦੇ ਨਾਲ ਰਿਸ਼ਤਾ ਹੋਇਆ ਹੈ, ਚੰਗੇ ਜੀਵਨ ਵਾਲੀ ਲੜਕੀ ਉਸ ਨਾਲ ਵਿਆਹੀ ਹੈ, ਪਰ ਉਹ ਆਪਣੀ ਘਰਵਾਲੀ ਨਾਲ ਵਚਨ ਨਹੀਂ ਕਰਦਾ, ਬੋਲਦਾ ਨਹੀਂ ਹੈ। ਅਸੀਂ ਬੜੀ ਵਾਰ ਸਮਝਾਉਣ ਦਾ ਯਤਨ ਕੀਤਾ ਹੈ। ਜਦੋਂ ਸਮਝਾਉਂਦੇ ਹਾਂ ਤੇ ਅੱਗੋਂ ਨਿਰਮੋਹ ਬਚਨ ਕਹਿੰਦਾ ਹੈ ਕਿ ਮੈਂ ਘਰ ਛੱਡ ਕਰਕੇ ਵਿਦੇਸ਼ ਚਲਾ ਜਾਵਾਂਗਾ, ਫਕੀਰੀ ਲਿਬਾਸ ਧਾਰਨ ਕਰ ਲਵਾਂਗਾ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਬਚਨ ਸੁਣੇ ਤੇ ਆਖਿਆ, ਹੁਣੇ ਉਸ ਨੂੰ ਬੁਲਾ ਕਰਕੇ ਲਿਆਓ। ਉਸ ਬੱਚੇ ਨੂੰ ਬੁਲਾ ਕਰਕੇ ਲਿਆਂਦਾ ਹੈ। ਸਤਿਗੁਰਾਂ ਨੂੰ ਆ ਕਰਕੇ ਨਮਸਕਾਰ ਕੀਤੀ ਤੇ ਸਤਿਗੁਰਾਂ ਦੇ ਸਨਮੁਖ ਖੜਾ ਹੋਇਆ ਹੈ। ਤਾਂ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਪੁੱਤਰ ਜੀ ਕੀ ਕਾਰਨ ਹੈ? ਤੇਰੇ ਪਿਤਾ ਜੀ ਕੀ ਕਹਿ ਰਹੇ ਨੇ? ਮਾਤਾ ਪਿਤਾ ਕੀ ਕਹਿੰਦੇ ਨੇ? ਕਿ ਇਹ ਜਗਤ ਤੋਂ ਵੱਖਰਾ ਹੋ ਕਰਕੇ ਰਹਿੰਦਾ ਹੈ, ਇਹ ਨਿਰਮੋਹ ਹੋ ਗਿਆ ਹੈ, ਉਦਾਸ ਹੋ ਗਿਆ ਹੈ। ਮਹਾਰਾਜ ਕਹਿਣ ਲੱਗੇ, ਕਿਉਂ ਉਦਾਸ ਹੋਇਆ ਹੈ? ਕਿਉਂ ਤੇਰੇ ਮਨ ਵਿੱਚ ਵੈਰਾਗ ਪੈਦਾ ਹੋਇਆ ਹੈ? ਕਿਸ ਦਾ ਤੂੰ ਸੇਵਕ ਬਣਿਆ ਹੈ? ਕਿਸ ਤਰ੍ਹਾਂ ਦਾ ਪਰਚਾ ਤੂੰ ਧਾਰਨ ਕੀਤਾ ਹੈ? ਉਮਰ ਤੇਰੀ 18 ਕੁ ਸਾਲ ਦੀ ਹੈ। ਸਾਰੀ ਗੱਲ ਸੱਚ ਸੱਚ ਸਾਡੇ ਕੋਲ ਬਿਆਨ ਕਰਨਾ ਕਰ। ਇੱਥੇ ਸਾਰੀ ਉਮਰ ਭੋਗ ਕਰਕੇ ਲੋਕ ਬ੍ਰਿਧ ਹੋ ਗਏ, ਬਜ਼ੁਰਗ ਹੋ ਗਏ, ਤਾਂ ਐਸਾ ਵਿਰਾਗ ਨਹੀਂ ਪੈਦਾ ਹੁੰਦਾ। ਪਰ ਤੇਰੇ ਅਸੀਂ ਵੱਡੇ ਭਾਗ ਜਾਣੇ ਨੇ ਪੂਰਬਲੇ, ਜਿਸ ਕਰਕੇ ਤੈਨੂੰ ਇਹ ਵਿਰਾਗ ਪੈਦਾ ਹੋਇਆ। ਅਸੀਂ ਤੇਰੇ ਦਰਸ਼ਨ ਕਰਨ ਵਾਸਤੇ ਤੈਨੂੰ ਬੁਲਾਇਆ ਹੈ। ਹੱਥ ਜੋੜ ਕਰਕੇ ਕਹਿਣ ਲੱਗਾ, ਸੱਚੇ ਪਾਤਸ਼ਾਹ ਕਿਉਂ ਮਖੌਲ ਕਰਦੇ ਜੇ ਮੈਨੂੰ? ਅਸੀਂ ਤਾਂ ਭਵਜਲ ਦੇ ਜੀਵ ਹਾਂ, ਸੰਸਾਰ ਵਿੱਚ ਰੁੜ ਜਾਣ ਵਾਲੇ। ਤੁਹਾਡੇ ਦਰਸ਼ਨਾਂ ਕਰਕੇ ਅਸੀਂ ਪਾਰ ਉਤਰਦੇ ਹਾਂ। ਤੁਸੀਂ ਅਣਜਾਣ ਨਹੀਂ, ਸਭ ਕੁਝ ਜਾਣਦੇ ਹੋ। ਕਿਉਂ ਜਾਣ ਬੁੱਝ ਕੇ ਪੁੱਛਦੇ ਪਏ ਹੋ? ਨਾਮ ਮੇਰਾ ਆਨੰਦ ਸਿੰਘ ਹੈ ਅਤੇ ਮੈਂ ਤੁਹਾਡਾ ਹੀ ਸਿੱਖ ਹਾਂ ਤੇ ਮਨ ਕਰਕੇ ਵੀ ਤੁਹਾਡਾ ਹੀ ਸੇਵਕ ਹਾਂ। ਮਹਾਰਾਜ, ਇਹ ਜੋ ਵੈਰਾਗ ਮੈਨੂੰ ਪੈਦਾ ਹੋਇਆ ਹੈ, ਤੁਹਾਡੀ ਗੁਰਬਾਣੀ ਪੜ੍ਹ ਕਰਕੇ ਹੀ ਪੈਦਾ ਹੋਇਆ ਹੈ। ਫਿਰ ਸਾਰੀ ਗਾਥਾ ਉਸ ਸਿੱਖ ਨੇ, ਭਾਈ ਆਨੰਦ ਸਿੰਘ ਨੇ ਬਿਆਨ ਕੀਤੀ ਕਿ ਸੱਚੇ ਪਾਤਸ਼ਾਹ, ਸੋ ਕੀ ਬੁੱਢਾ ਤੇ ਕੀ ਬਾਲਕ ਜਿਹੜਾ ਗੁਰੂ ਦੀ ਸ਼ਰਨ ਵਿੱਚ ਜਾਵੇਗਾ ਉਹ ਮੁਕਤ ਹੋ ਜਾਵੇਗਾ। ਜਿਵੇਂ ਬੇੜੀ ਵਿੱਚ ਚੜ੍ਹਨ ਵਾਲਾ ਤਰੇਗਾ ਹੀ ਤਰੇਗਾ, ਇਸੇ ਤਰ੍ਹਾਂ ਗੁਰੂ ਦੇ ਚਰਨਾਂ ਵਿੱਚ ਆਉਣ ਵਾਲੇ ਤੇ ਵੀ ਸਤਿਗੁਰਾਂ ਦੀ ਕਿਰਪਾ ਹੋਵੇਗੀ। ਮਹਾਰਾਜ, ਮੇਰੇ ਮਾਂ-ਬਾਪ ਨੇ ਮੈਨੂੰ ਬਾਣੀ ਪੜ੍ਹਨ ਵਾਸਤੇ, ਸਿੱਖਣ ਵਾਸਤੇ ਭੇਜਿਆ। ਮੈਂ ਗੁਰਬਾਣੀ ਸਿੱਖਣੀ ਆਰੰਭ ਕੀਤੀ ਤੇ ਗੁਰਬਾਣੀ ਪੜ੍ਹਦਿਆਂ ਜਦੋਂ ਆਨੰਦ ਸਾਹਿਬ ਦੀ ਬਾਣੀ ਦੇ ਇਹ ਬਚਨ ਮੈਂ ਪੜ੍ਹੇ, ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀ, ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ। ਤਾਂ ਮਹਾਰਾਜ, ਇਹਦੇ ਅਰਥ ਮੈਂ ਵਿਚਾਰੇ ਤਾਂ ਅਰਥ ਮਨ ਵਿੱਚ ਵਸੇ ਤੇ ਮੇਰੇ ਮਨ ਦੇ ਵਿੱਚ ਵੈਰਾਗ ਪੈਦਾ ਹੋਇਆ ਹੈ। ਸਾਰਾ ਸੰਸਾਰ ਨਾਸਵੰਤ ਤੁਛ ਦਿਸਣ ਲੱਗਾ ਹੈ। ਤਾਂ ਮਹਾਰਾਜ, ਉਦੋਂ ਇਹ ਖੇਡ ਵਰਤੀ ਹੈ। ਸਭ ਕੁਝ ਨਾਸਵੰਤ ਨਜ਼ਰ ਆਇਆ, ਇੱਕ ਪਰਮੇਸ਼ਰ ਹੀ ਸੱਚ ਸਰੂਪ ਨਜ਼ਰ ਆਇਆ ਹੈ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ, ਮੈਂ ਇਸ ਸ਼ਬਦ ਦੀ ਵਿਚਾਰ ਨੂੰ ਹਿਰਦੇ ਵਿੱਚ ਵਸਾਇਆ, ਅਨੇਕਾਂ ਤਰ੍ਹਾਂ ਦੀਆਂ ਦਲੀਲਾਂ ਨਾਲ ਵਾਚਿਆ ਤੇ ਸਮਝ ਪਈ ਹੈ ਇਹ ਸਭ ਕੁਝ ਨਾਸਵੰਤ ਹੈ। ਕਿਸ ਨਾਲ ਕੀਚੈ ਦੋਸਤੀ, ਸਭ ਜਗ ਚੱਲਣਹਾਰ, ਇਹ ਸਾਰਾ ਜਗਤ ਚੱਲਣਹਾਰ ਹੈ। ਉਸ ਦਿਨ ਤੋਂ ਸੱਚੇ ਪਾਤਸ਼ਾਹ ਬੋਲਣਾ, ਹੱਸਣਾ, ਖਾਣਾ ਪੀਣਾ ਇਹ ਮੈਨੂੰ ਚੰਗਾ ਨਹੀਂ ਲੱਗਦਾ। ਮੇਰੇ ਹਿਰਦੇ ਦੇ ਵਿੱਚੋਂ
ਸੋ ਸਭ ਕੁਝ ਵਿਸਰ ਗਿਆ ਹੈ, ਪਦਾਰਥਾਂ ਦੀ ਚਾਹਣਾ ਭੁੱਲ ਗਈ ਹੈ, ਪਰ ਵਾਹਿਗੁਰੂ ਦਾ ਚੇਤਾ ਹੈ, ਪਰਮੇਸ਼ਰ ਦਾ ਚੇਤਾ ਹੈ। ਭਾਣਾ ਤੇ ਮੇਰੇ ਨਾਲ ਇਸ ਤਰ੍ਹਾਂ ਵਾਪਰਿਆ, ਪਰ ਲੋਕ ਕਹਿੰਦੇ ਨੇ ਇਹਨੂੰ ਕੋਈ ਕਸਰ ਹੋ ਗਈ ਹੈ, ਛਾਇਆ ਹੋ ਗਈ ਹੈ। ਹੁਣ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹੈ। ਤੁਹਾਡੇ ਸ਼ਬਦ ਨੇ, ਤੁਹਾਡੀ ਬਾਣੀ ਨੇ ਇਹ ਮੇਰੇ ਤੇ ਪਰ ਉਪਕਾਰ ਕੀਤਾ ਹੈ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਸੁਣ ਕਰਕੇ ਮਾਤਾ ਪਿਤਾ ਨੂੰ ਕਹਿਣ ਲੱਗੇ ਕਿ ਤੁਹਾਡਾ ਪੁੱਤਰ ਆਨੰਦ ਸਿੰਘ ਬਿਲਕੁਲ ਠੀਕ ਹੈ, ਤੁਸੀਂ ਕਿਉਂ ਭਰਮ ਵਿੱਚ ਪੈ ਕਰਕੇ ਡੋਲ ਗਏ ਆ? ਭਰਮ ਛੱਡੋ, ਇਸ ਨੂੰ ਕੋਈ ਭੂਤ ਪ੍ਰੇਤ ਦੀ ਛਾਇਆ ਨਹੀਂ ਗੀ। ਇਹਦੇ ਪੁਰਬਲੇ ਭਾਗ ਜਾਗੇ ਨੇ, ਜਿਸ ਕਰਕੇ ਇਹਨੂੰ ਵੈਰਾਗ ਪੈਦਾ ਹੋਇਆ ਹੈ। ਮਹਾਰਾਜ ਕਹਿੰਦੇ ਤੁਹਾਨੂੰ ਅਸੀਂ ਇੱਕ ਪੁੱਤਰ ਹੋਰ ਬਖਸ਼ਦੇ ਹਾਂ, ਤੁਸੀਂ ਨਿਸ਼ਚੇ ਕਰਕੇ ਆਪਣੇ ਘਰ ਦੇ ਵਿੱਚ ਬੈਠੋ, ਇਸ ਨੂੰ ਸਾਡੇ ਕੋਲ ਛੱਡ ਜਾਓ। ਆਪੇ ਇਹਦੀ ਘਰਵਾਲੀ ਸਿੱਖਣੀ ਵੀ ਉਹ ਠੀਕ ਢੰਗ ਨਾਲ ਰਹੇਗੀ। ਆਪੇ ਇਹ ਪਰਿਵਾਰ ਵਾਲਾ, ਪਰਿਵਾਰ ਨੂੰ ਪਾਲਣ ਵਾਲਾ ਬਣ ਕਰਕੇ ਰਹੇਗਾ। ਜੋ ਭਲਾ ਹੈ ਬੁਰਾ ਹੈ ਸਾਰਾ ਭੇਦ ਜਾਣੇਗਾ। ਭਾਈ ਆਨੰਦ ਸਿੰਘ ਦੇ ਮਾਤਾ ਪਿਤਾ ਸਤਿਗੁਰਾਂ ਦੇ ਬਚਨ ਸੁਣ ਕਰਕੇ ਮਨ ਵਿੱਚ ਬਹੁਤ ਪ੍ਰਸੰਨ ਹੋਏ ਨੇ ਤੇ ਸਤਿਗੁਰਾਂ ਨੂੰ ਚਰਨਾਂ ਕਮਲਾਂ ਤੇ ਨਮਸਕਾਰ ਕਰਕੇ ਚੱਲ ਪਏ ਨੇ। ਭਾਈ ਆਨੰਦ ਸਿੰਘ ਜੀ ਸਤਿਗੁਰਾਂ ਦੇ ਕੋਲ ਰਹੇ ਨੇ ਤੇ ਸਤਿਗੁਰਾਂ ਦੇ ਕੋਲ ਹੱਥ ਜੋੜ ਕਰਕੇ ਬੈਠ ਗਏ ਨੇ। ਇੱਥੋਂ ਤੱਕ ਵਿਚਾਰ ਆਪਾਂ ਪਿੱਛੇ ਸਰਵਣ ਕੀਤੇ ਸਨ। ਆਓ ਇਸ ਤੋਂ ਅਗਲਾ ਇਤਿਹਾਸ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਵਾਸਤੇ ਉਚਾਰਨ ਕਰਨਾ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਦਿਨ ਆਪਣੇ ਨਿਕਟ ਹਕਾਰਾ। ਇੱਕ ਦਿਨ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਭਾਈ ਆਨੰਦ ਸਿੰਘ ਨੂੰ ਆਪਣੇ ਕੋਲ ਬੁਲਾਇਆ ਹੈ। ਸ੍ਰੀ ਮੁਖ ਤੇ ਗੁਰ ਮ੍ਰਿਦੁਲ ਉਚਾਰਾ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਸੁਭਾਏਮਾਨ ਮੁਖ ਤੋਂ ਬੜੇ ਮਿਠਾਸ ਭਰੇ ਕੋਮਲ ਬਚਨ ਕਹੇ ਹਨ। ਸੁਨਹੁ ਨੀਗਰਾ ਦੇ ਹਮ ਪੇਟ। ਨੀਂਗਰਾ ਦਾ ਅਰਥ ਹੁੰਦਾ ਬਾਲਕ ਜਾਂ ਬੱਚਾ। ਹੇ ਬਾਲਕ ਸੁਣਨਾ ਕਰ। ਭਾਵ ਗੁਰੂ ਜੀ ਤੈਨੂੰ ਭੇਟ ਕਰਦੇ ਹਨ, ਅਥਵਾ ਤੂੰ ਸਾਨੂੰ ਭੇਟ ਮਿਲਿਆ ਹੈ ਤੇ ਤੈਨੂੰ ਅਸੀਂ ਸਿੱਖਿਆ ਦਿੰਦੇ ਹਾਂ। ਇਤ ਰੁਖ ਕਰ ਇੰਦਰੈਨ ਸਮੇਟ। ਤੇ ਇੰਦਰੀਆਂ ਨੂੰ ਸਮੇਟ ਕਰਕੇ ਤੇ ਸਾਡੇ ਵੱਲ ਧਿਆਨ ਕਰ, ਸਾਡੇ ਵੱਲ ਰੁਖ ਕਰ, ਧਿਆਨ ਨਾਲ ਸੁਣ। ਬਾਹੁਰ ਕਰੋ ਜਿਮ ਉਰੇ ਅਬਲਾਖੀ। ਮਹਾਰਾਜ ਕਹਿਣ ਲੱਗੇ ਪਹਿਲਾਂ ਸਾਡਾ ਬਚਨ ਸੁਣ ਲੈ, ਬਾਅਦ ਵਿੱਚ ਜਿਵੇਂ ਤੇਰੇ ਹਿਰਦੇ ਦੀ ਇੱਛਾ ਹੋਵੇਗੀ ਉਸੇ ਤਰ੍ਹਾਂ ਕਰ ਲਵੇਂ। ਪ੍ਰਥਮ ਪਨੈ ਨਿਰਬਿਰਤ ਕੀ ਸਾਖੀ। ਤੇ ਪਹਿਲਾਂ ਅਸੀਂ ਤੈਨੂੰ ਨਿਰਵਿਰਤੀ ਪੱਖ ਦੀ ਸਾਖੀ ਜਿਹੜੀ ਸਿੱਖਿਆ ਹੈ, ਸਾਖੀ ਦੇ ਰੂਪ ਵਿੱਚ ਸਰਵਣ ਕਰਵਾਉਂਦੇ ਹਾਂ। ਬਨ ਮੈਂ ਤਪਸੀ ਇੱਕ ਤਪ ਕਰਤ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਇੱਕ ਸਾਖੀ ਸੁਣਾ ਕਰਕੇ ਸਿੱਖਿਆ ਦੇ ਰਹੇ ਨੇ, ਕਿਉਂਕਿ ਸਾਖੀ ਦੇ ਨਾਲ ਸਮਝ ਸਾਨੂੰ ਸੌਖੀ ਪੈ ਜਾਂਦੀ ਹੈ। ਗੁਰੂ ਕਾ ਇਤਿਹਾਸ ਵੀ ਗੁਰੂ ਕੀਆਂ ਸਾਖੀਆਂ ਨੇ ਜਿਨ੍ਹਾਂ ਦੀ ਸਾਨੂੰ ਸੌਖੀ ਸਮਝ ਪੈ ਜਾਂਦੀ ਹੈ। ਕਿਉਂਕਿ ਅੱਜ ਵੀ ਆਪਾਂ ਜਿਨ੍ਹਾਂ ਗੁਰਮੁਖਾਂ ਨੇ ਜੀਵਨ ਕਮਾਇਆ ਹੈ ਉਹਨਾਂ ਦੇ ਜੀਵਨ ਸਰਵਣ ਕਰਦੇ ਹਾਂ, ਜਾਂ ਉਹਨਾਂ ਗੁਰਮੁਖਾਂ ਦੇ ਮਹਾਨ ਦਿਹਾੜੇ ਮਨਾਉਂਦੇ ਹਾਂ। ਜਿਵੇਂ ਆਪਾਂ ਕੱਲ੍ਹ ਹੀ ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ 300 ਸਾਲਾ ਜਨਮ ਦਿਹਾੜਾ ਵੀ ਮਨਾਇਆ ਹੈ। ਉਹਨਾਂ ਦੇ ਜੀਵਨ ਵਿੱਚੋਂ ਵੀ ਸਾਨੂੰ ਇੱਕ ਸਿੱਖਿਆ ਮਿਲਦੀ ਜਦੋਂ ਸਾਖੀ ਸੁਣਦੇ ਹਾਂ ਭਾਈ ਤਾਰੂ ਸਿੰਘ ਜੀ ਦੀ, ਕਿ ਕਿਵੇਂ ਗੁਰੂ ਕੀ ਸਿੱਖੀ ਸਿੱਖ ਨੇ ਨਿਭਾਈ ਹੈ। ਭਾਵੇਂ ਆਪਣਾ ਖੋਪਰ ਲਹਾਉਣਾ ਪਿਆ, ਗੁਰੂ ਵਾਸਤੇ ਆਪਣਾ ਆਪਾ ਕੁਰਬਾਨ ਕਰ ਦਿੱਤਾ ਹੈ, ਪਰ ਸਿੱਖੀ ਨੂੰ ਦਾਗ ਨਹੀਂ ਲੱਗਣ ਦਿੱਤਾ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ,
ਇਹਨਾਂ ਬਚਨਾਂ ਨੂੰ ਅੰਤਲੇ ਸਵਾਸਾਂ ਤੱਕ ਸਿੱਖ ਨੇ ਨਿਭਾਇਆ ਹੈ। ਤੇ ਅੱਜ ਜਿੰਨਾ ਚਿਰ ਭਾਈ ਤਾਰੂ ਸਿੰਘ ਦਾ ਜ਼ਿਕਰ ਨਾ ਕਰੀਏ ਉਹਨਾਂ ਚਿਰ ਸਾਡੀ ਅਰਦਾਸ ਨਹੀਂ ਪੂਰੀ ਹੁੰਦੀ, ਕਿਉਂਕਿ ਐਸੇ ਗੁਰਮੁਖਾਂ ਦੀਆਂ ਸਾਖੀਆਂ ਜਦੋਂ ਸੁਣਦੇ ਆ ਤੇ ਸਾਨੂੰ ਸੇਧ ਮਿਲਦੀ ਹੈ। ਇਸੇ ਤਰ੍ਹਾਂ ਸਾਧੂ ਜਨ ਰੱਬ ਦੇ ਪਿਆਰਿਆਂ ਦੀਆਂ ਸਾਖੀਆਂ, ਇੱਥੇ ਮਹਾਰਾਜ ਇੱਕ ਤਪਸੀ ਦੀ ਸਾਖੀ ਸਾਨੂੰ ਸਰਵਣ ਕਰਵਾ ਰਹੇ ਨੇ, ਜਿਹੜਾ ਤਪ ਕਰਨ ਵਾਲਾ ਸਾਧੂ ਹੈ ਕਿ ਜੰਗਲ ਦੇ ਵਿੱਚ ਇੱਕ ਤਪਸਵੀ ਤਪ ਕਰਦਾ ਹੈ। ਹਿਰਦੈ ਸੰਤੋਖ ਪ੍ਰਾਣ ਕੋ ਤਰਤ, ਉਸ ਨੇ ਹਿਰਦੇ ਵਿੱਚ ਸੰਤੋਖ ਧਾਰਿਆ ਤੇ ਸੰਤੋਖ ਦਾ ਪਰਨ ਕੀਤਾ ਕਿ ਕਦੇ ਵੀ ਮੈਂ ਡੋਲਾਂਗਾ ਨਹੀਂ, ਕਿਉਂਕਿ ਸੰਤੋਖ ਤੋਂ ਬਿਨਾਂ ਸਾਡੇ ਅੰਦਰ ਨੂੰ ਰੱਜ ਨਹੀਂ ਆਉਂਦਾ। ਭਾਵੇਂ ਅਸੀਂ ਸਾਰੀ ਦੁਨੀਆ ਦੇ ਪਦਾਰਥ ਇਕੱਠੇ ਕਰ ਲਈਏ, ਜਿੰਨਾ ਚਿਰ ਸੰਤੋਖ ਨਹੀਂ ਆਇਆ ਉਹਨਾਂ ਚਿਰ ਅੰਦਰ ਦਾ ਆਨੰਦ ਨਹੀਂ ਬਣੇਗਾ। ਸੁਖਮਣੀ ਸਾਹਿਬ ਜੀ ਦੀ ਬਾਣੀ ਵਿੱਚ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਬਚਨ ਪੜ੍ਹਦੇ ਹਾਂ, ਬਿਨਾ ਸੰਤੋਖ ਨਹੀਂ ਕੋਊ ਰਾਜੈ। ਸੰਤੋਖ ਤੋਂ ਬਿਨਾ ਕੋਈ ਵੀ ਰੱਜ ਨਹੀਂ ਸਕਦਾ। ਤੇ ਦੂਜਾ ਬਚਨ ਮਹਾਰਾਜ ਕਹਿੰਦੇ ਨੇ, ਸੰਤੋਖ ਦੀਆ ਗੁਰਦੇਵ। ਸੰਤੋਖ ਨੂੰ ਦੇਣ ਵਾਲਾ ਵੀ ਗੁਰੂ ਹੈ, ਆਪਣੇ ਆਪ ਸੰਤੋਖੀ ਨਹੀਂ ਹੋਇਆ ਜਾ ਸਕਦਾ, ਉਹਦੀ ਰਹਿਮਤ ਹੋਵੇ ਤੇ ਤਾਂ ਹੀ ਸੰਤੋਖ ਆਉਂਦਾ ਹੈ। ਮਹਾਰਾਜ ਕਹਿੰਦੇ ਉਹ ਤਪਸੀ ਮਨ ਦੇ ਵਿੱਚ ਉਸਨੇ ਸੰਤੋਖ ਧਾਰਿਆ, ਪਰਨ ਕੀਤਾ ਹੈ। ਪੁਰ ਟਿਗ ਰਹੈ ਕੁਟੀ ਮਹਿ ਬੈਸਾ, ਨਗਰ ਦੇ ਕੋਲ ਇੱਕ ਕੁਟੀਆ ਉਸਨੇ ਬਣਾਈ ਹੋਈ ਹੈ ਤੇ ਉਹਦੇ ਵਿੱਚ ਬੈਠਾ ਰਹਿੰਦਾ ਹੈ। ਦੇਤ ਨਾਰ ਨਰ ਅਚਵਹਿ ਤੈਸਾ, ਜੇ ਕੋਈ ਮਨੁੱਖ ਇਸਤਰੀ ਉਹਨੂੰ ਕੋਈ ਵਸਤੂ ਪਦਾਰਥ ਲਿਆ ਕਰਕੇ ਦਿੰਦਾ ਹੈ ਤੇ ਉਸ ਨੂੰ ਹੀ ਉਹ ਛਕ ਲੈਂਦਾ ਹੈ, ਉਸ ਨੂੰ ਹੀ ਉਹ ਪਰਮੇਸ਼ਰ ਦਾ ਭੇਜਿਆ ਸਮਝ ਕਰਕੇ ਛਕ ਲੈਂਦਾ ਹੈ। ਅਲਪ ਬਹੁਤ ਕੈ ਸਵਾਦ ਕੋ ਸਵਾਦ, ਤੇ ਸੰਤੋਖ ਦੀ ਵਿਆਖਿਆ ਬੜੀ ਸੁੰਦਰ ਕਰਦੇ ਪਏ ਨੇ ਪਾਤਸ਼ਾਹ। ਅਲਪ ਦਾ ਅਰਥ ਹੈ ਥੋੜਾ, ਬਹੁਤ ਦਾ ਅਰਥ ਹੈ ਬਹੁਤਾ। ਭਾਵੇਂ ਥੋੜਾ ਮਿਲ ਜਾਵੇ, ਭਾਵੇਂ ਬਹੁਤਾ ਮਿਲ ਜਾਵੇ, ਭਾਵੇਂ ਪਦਾਰਥ ਸਵਾਦ ਵਾਲਾ ਹੋਵੇ ਜਾਂ ਨਾ ਸਵਾਦ ਵਾਲਾ ਹੋਵੇ, ਥੋੜਾ ਹੋਵੇ ਬਹੁਤਾ ਹੋਵੇ, ਸਵਾਦੀ ਹੋਵੇ ਨਾ ਸਵਾਦੀ ਹੋਵੇ। ਚੂਨ ਸਾਗ ਦੁੱਧ ਕੈ ਦਦ ਆਦ, ਤੇ ਚੂਨ ਭਾਵੇਂ ਆਟਾ ਮਿਲ ਜਾਵੇ ਉਹਦਾ ਹੀ ਪ੍ਰਸ਼ਾਦਾ ਤਿਆਰ ਕਰ ਲੈਂਦਾ, ਸਾਗ ਮਿਲ ਜਾਵੇ, ਦੁੱਧ ਮਿਲ ਜਾਵੇ, ਦਹੀਂ ਆਦਿਕ ਕੋਈ ਵੀ ਪਦਾਰਥ ਮਿਲੇ। ਦਇਓ ਦਈ ਕੋ ਲੱਖ ਸੋ ਖਾਏ, ਤੇ ਉਹ ਤਪਸੀ, ਉਹ ਸਾਧੂ ਦੇਣ ਵਾਲੇ ਵਾਹਿਗੁਰੂ ਦਾ ਦਿੱਤਾ ਹੋਇਆ, ਈਸ਼ਵਰ ਦਾ ਦਿੱਤਾ ਹੋਇਆ ਜਾਣ ਕਰਕੇ ਉਸ ਨੂੰ ਛਕਦਾ ਹੈ। ਪ੍ਰਾਨ ਅਪਾਨ ਸੋ ਜੋਗ ਕਮਾਏ, ਅਤੇ ਪ੍ਰਾਣ ਅਪਾਨ ਦੇ ਸਹਿਤ ਉਹ ਯੋਗ ਸਾਧਨਾ ਕਰਦਾ ਹੈ, ਯੋਗ ਕਮਾਉਂਦਾ ਹੈ। ਯੋਗ ਦੇ ਅਰਥ ਗੁਰਬਾਣੀ ਮੁਤਾਬਕ ਦੋ ਨੇ। ਇੱਕ ਤਾਂ ਹੱਠ ਯੋਗ ਹੁੰਦਾ ਜਿਹੜੇ ਯੋਗੀ ਲੋਕ ਕਰਦੇ ਨੇ, ਇੱਕ ਸਤਿਗੁਰਾਂ ਨੇ ਸਾਨੂੰ ਭਗਤ ਯੋਗ ਬਖਸ਼ਿਆ ਹੈ। ਗੁਰਬਾਣੀ ਦੇ ਅੰਦਰ ਦੋਨਾਂ ਦਾ ਜ਼ਿਕਰ ਆਉਂਦਾ ਹੈ। ਯੋਗ ਦਾ ਅਰਥ ਜੁੜਨਾ ਵੀ ਹੁੰਦਾ ਹੈ। ਰਾਜ ਲੀਲਾ ਤੇਰਾ ਨਾਮ ਬਣਾਈ, ਯੋਗ ਬਣਿਆ ਤੇਰਾ ਕੀਰਤਨ ਗਾਈ। ਸੋ ਜਦੋਂ ਵਾਹਿਗੁਰੂ ਦੀ ਕੀਰਤੀ ਗਾਉਣੇ ਆ ਤਾਂ ਉਸ ਪਰਮੇਸ਼ਰ ਨਾਲ ਸਾਡਾ ਜੁੜਨਾ ਬਣਦਾ ਹੈ। ਸੋ ਗੱਲੀ ਜੋਗ ਨਾ ਹੋਈ, ਗੱਲਾਂ ਦੇ ਨਾਲ ਜੋਗੀ ਨਹੀਂ ਬਣੀਦਾ, ਗੱਲਾਂ ਨਾਲ ਰੱਬ ਨਾਲ ਜੁੜਿਆ ਨਹੀਂ ਜਾਂਦਾ। ਸੋ 5 ਤਰ੍ਹਾਂ ਦੇ ਪ੍ਰਾਣ ਮੰਨੇ ਹੋਏ ਨੇ, ਉਹਨਾਂ ਵਿੱਚੋਂ ਇੱਕ ਅਪਾਨ ਪ੍ਰਾਣ ਮੰਨੇ ਜਾਂਦੇ ਨੇ, ਉਹਦੇ ਸਹਿਤ ਸੋ ਇਹ ਯੋਗ ਕਮਾਉਂਦਾ ਹੈ। ਦਾਦਸ਼ ਭੇਦ ਅਨਾਹਦ ਸੁਨ ਕੈ, ਤੇ 6 ਚੱਕਰ ਜਿਹੜੇ ਜੋਗੀਆਂ ਨੇ ਮੰਨੇ ਹੋਏ ਨੇ, ਜਿਹੜੇ ਸਾਡੇ ਸਰੀਰ ਦੇ ਵਿੱਚ ਨੇ, ਉਹਨਾਂ 6 ਚੱਕਰਾਂ ਦੇ ਵਿੱਚੋਂ ਇੱਕ ਅਨਾਹਦ ਚੱਕਰ ਹੈ। ਵਿਦਵਾਨਾਂ ਦੀ ਲਿਖਤ ਮੁਤਾਬਕ ਉਹ ਚੱਕਰ ਜਿਹੜਾ 12 ਦਲਾਂ ਦਾ ਹੁੰਦਾ, ਦਲ ਭਾਵ ਪੱਤੇ ਪੰਖੜੀਆਂ ਆਦਿਕ ਵਿਦਵਾਨ ਲਿਖਦੇ ਨੇ ਕਿ ਉਹ 12 ਦਲਾਂ ਦਾ ਹੁੰਦਾ ਹੈ। ਤੇ ਉਸ ਦਾ ਭੇਦ ਸੁਣ ਕਰਕੇ ਸਮਝ ਸਕਲ ਇੱਕ ਚਿਤ ਪਾ ਗੁਣ ਕੈ, ਤੇ ਸਾਰਾ ਸਮਝ ਕਰਕੇ ਗੁਣ ਕੇ ਭਾਵ ਧਿਆਨ ਜੋੜ ਕਰਕੇ ਇੱਕ ਚਿੱਤ ਇਕਾਗਰ ਹੋ ਗਿਆ ਉਹ ਤਪਸੀ।
ਵਿਦਵਾਨਾਂ ਦੀ ਲਿਖਤ ਮੁਤਾਬਕ ਇਹ 6 ਚੱਕਰ ਸਾਡੇ ਸਰੀਰ ਵਿੱਚ ਨੇ। ਉਹਨਾਂ ਵਿੱਚੋਂ ਇੱਕ ਅਨਾਹਦ ਚੱਕਰ ਹੈ ਜੋ ਹਿਰਦੇ ਵਿੱਚ ਹੈ। ਇਹਦਾ ਸਥਾਨ ਹਿਰਦੇ ਵਿੱਚ ਮੰਨਿਆ ਗਿਆ। ਇਸ ਦੇ ਦਲਾਂ ਦੀ, ਪੱਤਿਆਂ ਦੀ, ਪੰਖੜੀਆਂ ਦੀ ਸੰਖਿਆ ਜਿਹੜੀ ਹੈ ਉਹ 12 ਹੈ ਤੇ ਅੱਖਰ ਜਿਹੜੇ ਕੱਕੇ ਤੋਂ ਲੈ ਕੇ ਠੱਠੇ ਤੱਕ 12 ਮੰਨੇ ਜਾਂਦੇ ਨੇ। ਅਨਾਹਦ ਚੱਕਰ ਦਾ ਟਿਕਾਣਾ ਹਿਰਦਾ ਹੈ। ਜੋਗ ਮਤ ਅਨੁਸਾਰ ਜਿਹੜੇ ਸ਼ੈਵੀ ਲੋਕ ਨੇ ਉਹ ਰੁਦਰ ਦਾ ਤੇ ਜਿਹੜੇ ਵੈਸ਼ਨਵ ਲੋਕ ਨੇ ਉਹ ਵਿਸ਼ਨੂੰ ਦਾ ਧਿਆਨ ਧਾਰਦੇ ਨੇ। ਇਹ ਜੋਗੀਆਂ ਦੇ ਮਤ ਮੁਤਾਬਕ ਥੋੜਾ ਜਿਹਾ ਗਿਆਨ ਆਪਾਂ ਸਰਵਣ ਕੀਤਾ ਹੈ। ਗੁਰਬਾਣੀ ਵਿੱਚ ਵੀ ਜ਼ਿਕਰ ਆਉਂਦਾ ਹੈ, ਦੁਆਦਸ ਦਲ ਅਬ ਅੰਤਰ ਮੰਤ ਜਹ ਪੌੜੇ ਸ੍ਰੀ ਕਮਲਾ ਕੰਤ। ਸੋ ਇਉਂ ਇਹ ਚੱਕਰ ਜਿਹੜਾ ਹਿਰਦੇ ਵਿੱਚ ਮੰਨਿਆ ਜਾਂਦਾ ਹੈ। ਮੈਂ ਉਸ ਵਿਸ਼ੇ ਵੱਲ ਬਹੁਤਾ ਨਾ ਜਾਵਾਂ। ਇਸ ਨੂੰ ਵਿੰਨ ਕਰਕੇ ਜਿਹੜੇ ਬੰਦਗੀ ਵਾਲੇ ਨੇ ਉਹ ਪਾਰ ਹੁੰਦੇ ਨੇ, 6 ਚੱਕਰਾਂ ਨੂੰ ਪਾਰ ਕਰਦੇ ਨੇ। ਕਈ ਵਿਦਵਾਨ ਗਿਆਨੀ ਸੱਜਣ 12 ਵਾਰ ਮੰਤਰ ਉਚਾਰ ਕੇ ਵੀ ਇਹਦਾ ਅਰਥ ਲਾਉਂਦੇ ਨੇ ਕਿ 12 ਵਾਰ ਮੰਤਰ ਉਚਾਰ ਕਰਕੇ ਇਉਂ ਸਿਮਰਨ ਕਰਨ ਦਾ ਇੱਕ ਤਰੀਕਾ ਵੀ ਮੰਨਿਆ ਜਾਂਦਾ ਹੈ। ਸੋ ਉਹ ਜਿਹੜਾ ਅਨਾਹਦ ਚੱਕਰ ਹੈ ਉਸ ਨੂੰ ਸੁਣ ਕਰਕੇ, ਸਮਝ ਕਰਕੇ ਇਹ ਤਪਸਵੀ ਜਿਹੜਾ ਹੈ ਇਹ ਕਹਿੰਦੇ ਨੇ ਇਕਾਗਰ ਚਿੱਤ ਹੋ ਗਿਆ ਹੈ। ਸਪਤ ਦਿਵਸ ਬੀਤੇ ਇੱਕ ਵਾਰ, ਇੱਕ ਵਾਰ ਇਸ ਨੂੰ 7 ਦਿਨ ਲੰਘ ਗਏ। ਕਿਤ ਤੇ ਪਹੁੰਚਿਓ ਨਹੀਂ ਆਹਾਰ, ਤੇ ਕੋਈ ਵੀ ਭੋਜਨ ਲੈ ਕਰਕੇ ਨਹੀਂ ਆਇਆ। ਕਿਤਿਓਂ ਵੀ ਇਹਨੂੰ ਛਕਣ ਵਾਸਤੇ ਪਦਾਰਥ ਨਹੀਂ ਪਹੁੰਚਿਆ। 7 ਦਿਨ ਹੋ ਗਏ ਨੇ ਭੁੱਖਾ ਹੀ ਬੈਠਾ ਹੈ, ਭੋਜਨ ਨਹੀਂ ਪਹੁੰਚਿਆ। ਸੁਣੋ ਨੀਂਗਰਾ ਤਪੀ ਬੇਚਾਰਾ, ਹੁਣ ਪਰਨ ਕੀਤਾ ਸੀ ਸੰਤੋਖ ਕਰਨਾ ਹੈ, ਮੰਗਣ ਨਹੀਂ ਜਾਣਾ। ਤੇ ਮਹਾਰਾਜ ਕਹਿੰਦੇ ਜਦੋਂ 7 ਦਿਨ ਲੰਘ ਗਏ, ਸੁਣੋ ਨੀਂਗਰਾ ਹੇ ਬਾਲਕ ਸੁਣ। ਉਸ ਤਪੀ ਨੇ ਵਿਚਾਰਿਆ। 100 ਸਾਖੀ ਦੇ ਵਿੱਚ ਇਸ ਤਪਸਵੀ ਦਾ ਨਾਮ ਵੀ ਲਿਖਤ ਵਿੱਚ ਮਿਲਦਾ ਹੈ ਕਿ ਜਵਾਲਾ ਇਹਦਾ ਨਾਮ ਸੀ, ਜਿਹਦੀ ਸਾਖੀ ਮਹਾਰਾਜ ਨੇ ਸਰਵਣ ਕਰਵਾ ਰਹੇ ਨੇ। ਸੋ ਇਹ ਜਵਾਲਾ ਨਾਮ ਦਾ ਤਪੀ ਜਿਹੜਾ ਹੈ ਇਸ ਨੇ ਮਨ ਵਿੱਚ ਵਿਚਾਰਿਆ ਹੈ, ਮੁਝ ਪਰ ਕੋਪ ਭਇਓ ਕਰਤਾਰਾ, ਕਿ ਆਪਣਾ ਦੋਸ਼ ਨਹੀਂ ਮੰਨਿਆ ਕਿ ਮੈਨੂੰ ਭੋਜਨ ਨਹੀਂ ਮਿਲਿਆ। ਰੱਬ ਦੇ ਪਿਆਰੇ ਕਦੇ ਵੀ ਸੋ ਪਰਮੇਸ਼ਰ ਦੇ ਵਿੱਚ ਦੋਸ਼ ਨਹੀਂ ਆਰੋਪਦੇ ਵਾਹਿਗੁਰੂ। ਸੋ ਆਪਣਾ ਦੋਸ਼ ਮੰਨਿਆ, ਰੱਬ ਦਾ ਦੋਸ਼ ਨਹੀਂ ਮੰਨਿਆ। ਵੈਸੇ ਦੋਸ਼ ਤੇ ਹੁੰਦਾ ਹੀ ਸਾਡਾ ਹੈ। ਦੱਦਾ ਦੋਸ ਨ ਕਿ ਦੇਉ ਕਿਸੈ ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨ ਦੀਜੈ। ਅਵਰ ਜਣਾ ਪਰ ਮਨੁੱਖ ਦਾ ਸੁਭਾਅ ਹੈ ਦੂਸਰੇ ਨੂੰ ਦੋਸ਼ ਦੇਣਾ। ਦੋਸ਼ ਆਪਣੇ ਕਰਮਾਂ ਦਾ ਹੈ। ਮੈਂ ਕਈ ਵਾਰ ਪ੍ਰਮਾਣ ਦਿੰਦਾ ਹੁੰਦਾ, ਕੋਈ ਜੀਵ ਪ੍ਰਾਣੀ ਮੋਟਰਸਾਈਕਲ ਤੇ ਤੁਰਿਆ ਜਾਵੇ, ਅਚਨਚੇਤ ਸੜਕ ਤੇ ਐਕਸੀਡੈਂਟ ਹੋ ਜਾਵੇ ਤੇ ਪੁੱਛੀਏ ਕੀ ਹੋਇਆ, ਤਾਂ ਉਹ ਕਹੇਗਾ ਮੇਰੇ ਮੋਟਰਸਾਈਕਲ ਦੇ ਅੱਗੇ ਰੋੜਾ ਆ ਗਿਆ ਸੀ। ਹਾਲਾਂਕਿ ਰੋੜਾ ਕੋਈ ਤੁਰ ਕੇ ਨਹੀਂ ਆਇਆ, ਪਰ ਸੁਭਾਅ ਮਨੁੱਖੀ ਉਹਨੇ ਆਪਣਾ ਦੋਸ਼ ਨਹੀਂ ਮੰਨਣਾ ਕਿ ਮੇਰਾ ਮੋਟਰਸਾਈਕਲ ਰੋੜੇ ਵਿੱਚ ਵੱਜਾ ਸੀ। ਉਹ ਕਹੂਗਾ ਮੇਰੇ ਮੋਟਰਸਾਈਕਲ ਅੱਗੇ ਰੋੜਾ ਆ ਗਿਆ ਸੀ। ਦੋਸ਼ ਰੋੜੇ ਤੇ ਮੜ ਦਿੱਤਾ। ਰੋੜਾ ਤੇ ਚੱਲ ਫਿਰ ਨਹੀਂ ਸਕਦਾ, ਫਿਰ ਕਿਵੇਂ ਚੱਲ ਕੇ ਆ ਗਿਆ? ਪਰ ਇਹ ਨਹੀਂ ਕਹੇਗਾ ਕਦੇ ਵੀ ਕਿ ਮੇਰਾ ਮੋਟਰਸਾਈਕਲ ਪੱਥਰ ਵਿੱਚ ਵੱਜਾ ਹੈ ਜਾਂ ਰੋੜੇ ਵਿੱਚ ਵੱਜਾ ਹੈ। ਇਹ ਸੁਭਾਅ ਬਣ ਗਿਆ ਹੈ। ਪਰ ਇਸ ਤਪਸਵੀ ਦਾ ਸੁਭਾਅ ਸੀ, ਕਿਰਪਾ ਸੀ। ਇਸ ਨੇ ਦੂਜੇ ਨੂੰ ਦੋਸ਼ ਨਹੀਂ ਦਿੱਤਾ, ਪਰਮੇਸ਼ਰ ਤੇ ਦੋਸ਼ ਨਹੀਂ ਦਿੱਤਾ। ਇਹੀ ਜਾਣਿਆ ਕਿ ਮੇਰੇ ਤੇ ਕਰਤਾਰ ਵਾਹਿਗੁਰੂ ਜਿਹੜਾ ਹੈ ਉਹ ਨਾਰਾਜ਼ ਹੈ। ਕਰ ਪੱਗ ਦੀਏ ਨਾ ਉਦਮ ਤਰੇ, ਤੇ ਉਹ ਇਸ ਕਰਕੇ ਨਾਰਾਜ਼ ਹੈ ਕਿ ਮੈਂ ਇਹਨੂੰ ਹੱਥ ਵੀ ਦਿੱਤੇ ਨੇ, ਪੈਰ ਵੀ ਦਿੱਤੇ ਨੇ, ਪਰ ਇਹ ਉਦਮ ਨਹੀਂ ਕਰਦਾ। ਆਪ ਕੁਝ ਛਕਦਾ ਹੀ ਨਹੀਂਗਾ, ਕਹਿੰਦਾ ਇੱਥੇ ਬੈਠਿਆ ਹੀ ਸਭ ਕੁਝ ਆਵੇ। ਇਹ ਉਦਮ ਨਹੀਂ ਕਰਦਾ। ਮੈਂ ਇਹਨੂੰ ਹੱਥ ਪੈਰ ਦਿੱਤੇ ਨੇ ਪਰ ਇਹ ਉਦਮ ਨਹੀਂ ਕਰਦਾ। ਉਦਰ ਭਰਨ ਲੱਗ ਚਾਹੀਐ ਕਰੇ, ਇਹ ਘੱਟ ਤੋਂ ਘੱਟ ਪੇਟ ਭਰਨ ਤੱਕ ਤਾਂ ਉਦਮ ਕਰਨਾ ਚਾਹੀਦਾ ਹੈ। ਪੁਰ ਮੈਂ ਫਿਰ ਪਿਛ ਕਰੀ ਹੈ ਕੋਏ, ਇਉਂ ਤਪਸਵੀ ਨੇ ਮਨ ਵਿੱਚ ਵਿਚਾਰਿਆ ਕਿ ਨਗਰ ਵਿੱਚ ਵਿਚਰ ਕਰਕੇ ਭਿੱਖਿਆ ਜਿਹੜੀ ਹੈ ਘਰਾਂ ਵਿੱਚੋਂ ਮੰਗ ਲੈਣੀ ਚਾਹੀਦੀ ਹੈ। ਸੁਰਪੀ ਬੈਠ ਦੇਤ ਦੁਖ ਹੋਏ, ਇਉਂ ਤਪਸਵੀ ਸੋਚਦਾ ਹੈ ਕਿ ਜਿਹੜੇ ਸੁਰ ਨੇ ਦੇਵਤੇ ਵੀ ਬੈਠਾ ਦੇਖ ਕਰਕੇ ਦਿੰਦੇ
ਦੁਖੀ ਹੁੰਦੇ ਹਨ। ਖਿੰਥਾ ਸ਼ਰੀ ਕੁਸ਼ਾਸਨ ਮਾਲਾ। ਤੇ ਇਸ ਨੇ ਇੱਕ ਗੋਦੜੀ, ਇੱਕ ਛੜੀ ਸੋਟੀ ਤੇ ਕੁਸ਼ਾਸਨ ਦੱਬ ਦੀ ਬਣੀ ਹੋਈ ਸਾਫ ਥੱਲੇ ਵਿਛਾਉਣ ਵਾਸਤੇ ਤੇ ਇੱਕ ਮਾਲਾ ਧਰੇ ਹਾਥ ਤੂੰਬਾ ਤਬ ਚਾਲਾ। ਅਤੇ ਹੱਥ ਦੇ ਵਿੱਚ ਤੂੰਬਾ ਲੈ ਕਰਕੇ, ਲੋਟਾ ਲੈ ਕਰਕੇ ਤਪਸਵੀ ਮੰਗਣ ਵਾਸਤੇ ਪਿੰਡ ਵਿੱਚ ਚੱਲਿਆ ਹੈ। ਗ੍ਰਸਤੀ ਕੇ ਬਾਣੇ ਬਿਨ ਜਾਣਾ। ਇਸ ਨੇ ਮਨ ਦੇ ਵਿੱਚ ਵਿਚਾਰਿਆ ਹੈ ਕਿ ਗ੍ਰਸਤੀ ਦੇ ਘਰ ਵਿੱਚ ਸਾਧੂ ਦਾ ਬਾਣਾ ਪਾਏ ਤੋਂ ਬਿਨਾ ਜਾਣਾ ਨਹਿ ਸਭ ਜਿਸ ਤੇ ਜਾਏ ਨਾ ਜਾਣਾ। ਠੀਕ ਨਹੀਂ ਹੋਵੇਗਾ, ਕਿਉਂਕਿ ਜਿੰਨਾ ਚਿਰ ਬਾਣਾ ਨਹੀਂ ਪਾਇਆ ਉਹਨਾਂ ਚਿਰ ਇਹ ਜਾਣਿਆ ਨਹੀਂ ਜਾਵੇਗਾ ਕਿ ਇਹ ਸਾਧੂ ਹੈ, ਕਿ ਇਹ ਕੌਣ ਹੈ। ਕਿਉਂਕਿ ਸਾਡਾ ਇੱਕ ਸਰੂਪ ਹੈ, ਜਿਵੇਂ ਆਪਾਂ ਨੂੰ ਸਤਿਗੁਰਾਂ ਨੇ ਸਿੱਖੀ ਸਰੂਪ ਬਖਸ਼ਿਆ ਹੈ। ਜਿੰਨਾ ਚਿਰ ਸਾਡੇ ਕੋਲ ਸਿੱਖੀ ਸਰੂਪ ਨਹੀਂ, ਉਹਨਾਂ ਚਿਰ ਅਸੀਂ ਸਿੱਖ ਨਹੀਂ ਜਾਣੇ ਜਾਵਾਂਗੇ। ਭਾਵੇਂ ਅਸੀਂ ਅੱਜ ਇਹ ਬਚਨ ਕਹਿ ਦਿੰਦੇ ਹਾਂ ਕਿ ਅੰਦਰੋਂ ਸਾਫ਼ ਹੋਣਾ ਚਾਹੀਦਾ, ਮਨ ਸਾਫ਼ ਹੋਣਾ ਚਾਹੀਦਾ, ਨਹੀਂ, ਗੁਰਮਤਿ ਨੇ ਮਨ ਦੀ ਵੀ ਗੱਲ ਕੀਤੀ ਹੈ ਤੇ ਤਨ ਦੀ ਵੀ ਗੱਲ ਕੀਤੀ। ਜਦੋਂ ਅਸੀਂ ਸ੍ਰੀ ਆਨੰਦ ਸਾਹਿਬ ਦੀ ਪਾਵਨ ਬਾਣੀ ਪੜ੍ਹਦੇ ਹਾਂ ਤੇ ਆਨੰਦ ਸਾਹਿਬ ਦੀ 19ਵੀਂ ਤੇ 20ਵੀਂ ਪੌੜੀ ਪੜ੍ਹੀਏ। ਹੁਣ 19ਵੀਂ ਪੌੜੀ ਦੇ ਵਿੱਚ ਸਤਿਗੁਰਾਂ ਨੇ ਇਹ ਬਚਨ ਕਹੇ ਨੇ ਕਿ ਜੇ ਕੇਵਲ ਬਾਹਰੋਂ ਨਿਰਮਲ ਹੈ ਤੇ ਅੰਦਰੋਂ ਮੈਲਾ ਹੈ ਤੇ ਫਿਰ ਖੇਡ ਨਹੀਂ ਬਣਨੀ। ਜੀਉ ਮੈਲੇ ਬਾਹਰਹੁ ਨਿਰਮਲ, ਬਾਹਰਹੁ ਨਿਰਮਲ ਜੀਉ ਤਾਂ ਮੈਲੇ, ਤਿੰਨੀ ਜਨਮ ਜੂਐ ਹਾਰਿਆ। ਕੱਲਾ ਬਾਹਰ ਵੀ ਪ੍ਰਵਾਨ ਨਹੀਂ ਕੀਤਾ, ਪਰ 20ਵੀਂ ਪੌੜੀ ਵਿੱਚ ਮਹਾਰਾਜ ਕਹਿੰਦੇ ਜੀਉ ਨਿਰਮਲ, ਬਾਹਰਹੁ ਨਿਰਮਲ, ਬਾਹਰਹੁ ਤਾਂ ਨਿਰਮਲ ਜੀਉ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੋੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ ਭਲੇ ਸੇ ਵਣਜਾਰੇ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ। ਉੱਥੇ ਪਾਤਸ਼ਾਹ ਕਹਿੰਦੇ ਬਾਹਰੋਂ ਵੀ ਨਿਰਮਲ ਹੋਵੇ ਤੇ ਅੰਦਰੋਂ ਵੀ ਨਿਰਮਲ ਹੋਵੇ। ਸਤਿਗੁਰਾਂ ਨੇ ਐਸਾ ਨਹੀਂ ਆਖਿਆ ਕਿ ਮੇਰਾ ਸਿੱਖ ਬਾਹਰੋਂ ਲਿਬੜਿਆ ਤਿਬੜਿਆ ਹੋਵੇ, ਨਹੀਂ, ਬਾਹਰੋਂ ਵੀ ਸਾਫ਼ ਸੁਥਰਾ ਹੋਵੇ। ਬਾਹਰਲੀ ਰਹਿਤ ਵੀ ਸਾਫ਼ ਸੁਥਰੀ ਹੋਣੀ ਚਾਹੀਦੀ ਹੈ, ਅੰਦਰੋਂ ਵੀ ਸਾਫ਼ ਸੁਥਰਾ ਹੋਵੇ। ਅੰਦਰ ਜੋ ਨਿੰਦਿਆ ਚੁਗਲੀ ਈਰਖਾ ਵਕਾਰ ਆਦਿਕਾਂ ਦੀ ਮੈਲ ਹੈ, ਉਹਦੇ ਤੋਂ ਵੀ ਰਹਿਤ ਹੋਣਾ ਚਾਹੀਦਾ। ਜਿੰਨਾ ਚਿਰ ਜਿਹਦੇ ਅੰਦਰ ਈਰਖਾ ਹੈ, ਵੈਰ ਹੈ, ਨਿੰਦਿਆ ਚੁਗਲੀ ਹੈ, ਗੁਰਬਾਣੀ ਕਹਿੰਦੀ ਉਹ ਗੁਰਮੁਖ ਨਹੀਂ ਹੋ ਸਕਦਾ। ਮਹਾਰਾਜ ਦੀ ਬਾਣੀ ਦੇ ਬਚਨ ਨੇ ਗੁਰਮੁਖ ਵੈਰ ਵਿਰੋਧ ਗਵਾਵੇ। ਗੁਰਮੁਖ ਉਹ ਹੈ ਜਿਨੇ ਆਪਣੇ ਅੰਦਰੋਂ ਵੈਰ ਵਿਰੋਧ ਨੂੰ ਗਵਾ ਦਿੱਤਾ ਹੈ, ਖਤਮ ਕਰ ਦਿੱਤਾ ਹੈ। ਬਾਹਰੀ ਤੌਰ ਤੇ ਸਿੱਖੀ ਸਰੂਪ ਵੀ ਹੋਣਾ ਸਾਡਾ ਜ਼ਰੂਰੀ ਹੈ, ਕਿਉਂਕਿ ਮਹਾਰਾਜ ਕਹਿੰਦੇ ਨੇ ਸਾਚੀ ਲਿਵੈ ਬਿਨ ਦੇਹ ਨਿਮਾਣੀ। ਇਹ ਸਰੀਰ ਜਿਹੜਾ ਹੈ ਇਹਦੀ ਵੀ ਲਿਵ ਲੱਗਣੀ ਜ਼ਰੂਰੀ ਹੈ। ਮਨ ਕਰਕੇ ਵੀ ਲਿਵ ਲੱਗਣੀ, ਸਰੀਰ ਕਰਕੇ ਵੀ ਗੁਰੂ ਨਾਲ ਜੁੜਨਾ ਹੈ। ਜੇ ਸਰੀਰ ਕਰਕੇ ਗੁਰੂ ਨਾਲ ਜੁੜੇ ਨਹੀਂ ਤੇ ਇਹ ਕਹਿੰਦੇ ਦੇਹ ਵਿਅਰਥੀ ਹੈ। ਸਰੀਰ ਕਰਕੇ ਸਿੱਖੀ ਸਰੂਪ ਹੋਣਾ ਵੀ ਸਾਡਾ ਲਾਜ਼ਮੀ ਹੈ ਤੇ ਅੰਦਰ ਦੀ ਖੇਡ ਵੀ ਜਿਹੜੀ ਹੈ ਉਹ ਚੰਗੀ ਹੋਣੀ ਚਾਹੀਦੀ। ਅੰਦਰੋਂ ਵੀ ਸਿੱਖੀ ਸਰੂਪ ਹੋਵੇ, ਅੰਦਰ ਵੀ ਸਿੱਖੀ ਵਾਲੇ ਗੁਣ ਹੋਣ ਤਾਂ ਖੇਡ ਬਣੇਗੀ। ਕਿਉਂਕਿ ਬਾਹਰੀ ਤੌਰ ਤੇ ਬਾਣਾ ਵੀ ਜ਼ਰੂਰੀ ਹੈ। ਅਕਸਰ ਮੈਂ ਬੇਨਤੀ ਕਰਦਾ ਹੁੰਦਾ ਕਿ ਗੁਰਮੁਖੋ, ਬਾਣੀ ਤੇ ਬਾਣਾ ਇਹ ਦੋ ਚੀਜ਼ਾਂ ਹੈ। ਬਾਣਾ ਕੀ ਹੈ? ਸਾਡਾ ਸਰੀਰ। ਬਾਣੀ ਕੀ ਹੈ? ਸਾਡੀ ਆਤਮਾ। ਸਰੀਰ ਦਾ ਤੇ ਆਤਮਾ ਦਾ ਬੜਾ ਗਹਿਰਾ ਸੰਬੰਧ ਹੈ। ਜੇ ਸਰੀਰ ਹੈ ਤੇ ਆਤਮਾ ਨਹੀਂ ਤੇ ਆਪਾਂ ਕਹਿੰਦੇ ਇਹ ਮੁਰਦਾ ਹੈ। ਜੇ ਆਤਮਾ ਹੈ ਤੇ ਸਰੀਰ ਨਹੀਂ ਤੇ ਉਹਨੂੰ ਕਹਿੰਦੇ ਭਟਕਦੀ ਹੋਈ ਰੂਹ ਹੈ। ਨਹੀਂ, ਦੋਨਾਂ ਦਾ ਤਾਲਮੇਲ ਹੋਣਾ ਬੜਾ ਜ਼ਰੂਰੀ ਹੈ। ਮਹਾਰਾਜ ਕਹਿੰਦੇ ਬਾਣੀ ਬਾਣਾ ਪੰਖ ਪਛਾਨੋ, ਸਿੰਘ ਰੂਪ ਕੋ ਪੰਛੀ ਜਾਨੋ। ਇਹ ਬਾਣੀ ਤੇ ਬਾਣਾ ਦੋਵੇਂ ਹੀ ਸਿੱਖ ਦੇ ਕੋਲ ਹੋਣੇ ਜ਼ਰੂਰੀ ਨੇ। ਇੱਥੇ ਸਾਧੂ ਵਿਚਾਰਦਾ ਹੈ ਕਿ ਜੇ ਸਾਧੂਆਂ ਵਾਲਾ ਬਾਣਾ ਨਹੀਂ ਪਾਇਆ ਤਾਂ ਗ੍ਰਸਤੀ ਬੰਦੇ ਨੂੰ ਕਿਵੇਂ ਪਤਾ ਲੱਗੇਗਾ ਕਿ ਇਹ ਸਾਧੂ ਆ, ਕਿਉਂਕਿ ਉਹਦੇ ਕੋਲ ਤਾਂ ਇੰਨੀ ਸਮਰੱਥਾ ਨਹੀਂ ਕਿ ਉਹ ਕਿਸੇ ਦੇ ਜੀਵਨ ਨੂੰ ਉੱਦਾਂ ਸਮਝ ਸਕੇ। ਉਹ ਤੇ ਬਾਹਰੀ ਲਿਬਾਸ ਨੂੰ ਵੇਖ ਕੇ ਸਮਝੇਗਾ। ਇਸ ਕਰਕੇ ਬਿਨਾਂ ਬਾਣੀ ਤੋਂ ਜਾਣਾ ਠੀਕ ਨਹੀਂ ਹੈ। ਗ੍ਰਸਤੀ ਕਰੈ ਨਿਰਾਦਰ ਦੋਖ। ਜੇ ਫਿਰ ਗ੍ਰਸਤੀ ਬੰਦਾ ਨਿਰਾਦਰ ਕਰੇਗਾ ਬਾਣੀ ਤੋਂ ਬਿਨਾਂ
ਤੇ ਉਹ ਜਿਹੜਾ ਦੋਖ ਹੈ ਲੱਗੈ ਸਾਧ ਕੋ ਪਾਪ ਹੈ ਪੋਖ। ਉਹ ਸਾਧੂ ਨੂੰ ਲੱਗੇਗਾ, ਗ੍ਰਸਤੀ ਨੂੰ ਨਹੀਂ ਲੱਗੇਗਾ, ਕਿਉਂਕਿ ਗ੍ਰਸਤੀ ਨੂੰ ਤੇ ਪਤਾ ਹੀ ਨਹੀਂਗਾ ਇੱਕ ਸਾਧੂ ਹੈ, ਕਿਉਂਕਿ ਬਾਣੇ ਤੋਂ ਬਿਨਾ ਉਹਨੂੰ ਪਛਾਣ ਨਹੀਂ ਆਉਣੀ। ਇਸ ਕਰਕੇ ਉਹ ਜਿਹੜਾ ਦੋਸ਼ ਹੈ ਉਹ ਸਾਧੂ ਨੂੰ ਲੱਗੇਗਾ, ਕਿਉਂਕਿ ਸਾਧ ਨੇ ਹੀ ਪਾਪ ਦੀ ਪਾਲਣਾ ਕੀਤੀ ਹੈ, ਕਿਉਂਕਿ ਬਾਣਾ ਜਿਹੜਾ ਉਹ ਤਿਆਗਿਆ, ਇਸ ਕਰਕੇ ਦੋਸ਼ੀ ਉਹ ਬਣੇਗਾ। ਪਿਛਿਆ ਕੋ ਦੋਏ ਸਮੈ ਨ ਜਾਣਾ। ਤੇ ਦੂਜਾ ਉਸਨੇ ਵਾਚਿਆ ਹੈ ਕਿ ਦੋਵੇਂ ਸਮੇਂ ਭਿਖਿਆ ਵਾਸਤੇ ਨਹੀਂ ਜਾਣਾ। ਧਰੈ ਪੇਖ ਨਹਿ ਬਦਲੈ ਆਨਾ। ਤੇ ਜਿਹੜਾ ਸਰੂਪ ਧਾਰਨ ਕਰ ਲਿਆ ਹੈ ਉਹਨੂੰ ਬਦਲਣਾ ਨਹੀਂਗਾ। ਵਾਰ-ਵਾਰ ਇਹ ਨਹੀਂ ਕਦੀ ਕੋਈ ਬਣਾ ਲਿਆ, ਕਦੀ ਕੋਈ ਬਣਾ ਲਿਆ। ਇੱਕ ਸਾਨੂੰ ਗੁਰੂ ਨੇ ਦਿੱਤਾ ਹੈ ਬਾਣਾ, ਇੱਕ ਹੁੰਦਾ ਭੀਖ। ਭੀਖ ਜਿਹੜਾ ਉਹ ਲੋਕਾਂ ਨੂੰ ਵਿਖਾਉਣ ਵਾਸਤੇ ਹੁੰਦਾ, ਤੇ ਬਾਣਾ ਜਿਹੜਾ ਹੈ ਉਹ ਗੁਰੂ ਦੀ ਖੁਸ਼ੀ ਵਾਸਤੇ ਪਾਉਣਾ। ਅੰਤਰ ਹੈ ਇਹਦੇ ਵਿੱਚ। ਬਾਣਾ ਅਸੀਂ ਗੁਰੂ ਦੀ ਖੁਸ਼ੀ ਵਾਸਤੇ ਪਾਉਣਾ ਹੈ, ਭੀਖ ਲੋਕਾਂ ਨੂੰ ਵਿਖਾਉਣ ਵਾਸਤੇ ਤੇ ਲੋਕਾਂ ਨੂੰ ਮਗਰ ਲਾਉਣ ਵਾਸਤੇ ਹੁੰਦਾ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਚਨ ਕਰਦੇ ਨੇ, ਭੀਖ ਦਿਖਾਇਓ ਜਗਤ ਕੋ ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ। ਜੇ ਕੇਵਲ ਜਗਤ ਨੂੰ, ਸੰਸਾਰ ਨੂੰ ਭੇਖ ਦਿਖਾ ਕਰਕੇ ਆਪਣੇ ਮਗਰ ਲਾ ਲਿਆ, ਕਹਿੰਦੇ ਐਸੇ ਮਨੁੱਖ ਜਿਹੜੇ ਐਸੇ ਜੀਵ ਨੇ ਅੰਤ ਸਮੇਂ ਜਮਾਂ ਦੀ ਕੈਂਚੀ ਨਾਲ ਕੱਟੇ ਜਾਂਦੇ ਨੇ ਤੇ ਨਰਕਾਂ ਵਿੱਚ ਵਾਸਾ ਹੁੰਦਾ। ਐਸੇ ਮਨੁੱਖਾਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਬਾਣਾ ਪਾਉਣਾ ਹੈ ਗੁਰੂ ਦੀ ਖੁਸ਼ੀ ਵਾਸਤੇ, ਤੇ ਕੇਵਲ ਬਾਣਾ ਨਹੀਂ ਪਾਉਣਾ, ਬਾਣੀ ਵਰਗਾ ਜੀਵਨ ਵੀ ਬਣਾਉਣਾ ਹੈ। ਸੋ ਇਸ ਕਰਕੇ ਉਹ ਸਾਧੂ ਵਿਚਾਰਦਾ ਹੈ ਕਿ ਜਿਹੜਾ ਇੱਕ ਵਾਰ ਸਰੂਪ ਬਣਾ ਲਿਆ ਹੈ, ਭੇਖ ਬਣਾ ਲਿਆ ਹੈ, ਉਹ ਬਦਲਣਾ ਨਹੀਂ ਹੈ। ਜੈਸੀ ਜੈਸੀ ਜੋ ਕਿਮ ਦੇ। ਜਿਸ ਤਰ੍ਹਾਂ ਦਾ ਜਿਵੇਂ ਦੀ ਵਸਤੂ ਉਹ ਵਾਹਿਗੁਰੂ ਦੇਵੇਗਾ। ਜਥਾ ਸ਼ਕਤ ਦੁੱਧ ਪਿਛਿਆ ਲੇ। ਉਹੀ ਲੈ ਲੈਣੀ ਹੈ। ਜਥਾ ਸ਼ਕਤ, ਕੋਈ ਦੁੱਧ ਦੇ ਦੇਵੇ, ਕੋਈ ਪਦਾਰਥ ਦੇ ਦੇਵੇ ਤਾਂ ਉਹ ਭਿਖਿਆ ਲੈ ਲੈਣੀ ਹੈ। ਚਿਰ ਨਾ ਠਹਿਰੈ ਪਰਾ ਨਾ ਲੇਵੇ। ਉਹ ਸਾਧੂ ਵਿਚਾਰਦਾ ਹੈ ਕਿ ਇੱਕ ਘਰ ਦੇ ਵਿੱਚ ਬਹੁਤਾ ਸਮਾਂ ਨਹੀਂ ਠਹਿਰਨਾ, ਤੇ ਪਰਾ ਨਾ ਲੇਵੈ। ਪਰਾ ਨਾ ਲੇਵੈ ਦਾ ਅਰਥ ਹੈ ਕਿ ਜਿਹੜੀ ਪਹਿਲਾਂ ਪੱਕੀ ਹੋਵੇ, ਪਹਿਲਾਂ ਦੀ ਪਈ ਹੋਵੇ, ਉਹ ਨਾ ਲਵੇ। ਤ੍ਰੇਸ਼ਿਸ਼ ਕਰ ਸ਼ੁਭਨ ਨਾ ਕਰ ਦੇਵੈ। ਅਤੇ ਇਹ ਸਾਧੂ ਦੀ ਵਿਚਾਰ ਹੈ ਕਿ ਇਸਤਰੀ ਅਤੇ ਲੜਕੇ ਦੇ ਹੱਥ ਨਾ ਛੋਹਣ ਦੇਵੇ। ਭਾਵ ਅਰਥ ਇਹ ਹੈ ਕਿ ਪਹਿਲਾਂ ਦੇ ਪੱਕੇ ਹੋਏ ਪਦਾਰਥਾਂ ਨੂੰ ਆਮ ਹੱਥ ਜਿਹੜੇ ਛੋਹ ਜਾਂਦੇ ਨੇ। ਪਹਿਲੇ ਸਾਧੂ ਇਸ ਦੀ ਵਿਚਾਰ ਕਰਦੇ ਸਨ ਕਿ ਇਹ ਛੋਹਣਾ ਨਾ ਪਾਵੇ। ਇਹ ਨਫ਼ਰਤ ਕਰਕੇ ਨਹੀਂ, ਭਾਵ ਕਿ ਜਿਹੜੀ ਵਸਤੂ ਪਹਿਲਾਂ ਦੀ ਪੱਕੀ ਹੋਈ ਹੈ, ਕਈ ਵਾਰ ਉਸ ਨੂੰ ਬੱਚੇ ਜਿਹੜੇ ਆ ਉਹ ਝੂਠੇ ਹੱਥ ਵੀ ਲਾ ਦਿੰਦੇ। ਇਹ ਵਿਚਾਰ ਉੱਥੇ ਦੇ ਰਹੇ। ਸੋ ਇਸ ਕਰਕੇ ਐਸਾ ਨਾ ਕਰੇ। ਭਾਵ ਇਸਤਰੀ, ਹੁਣ ਇਸਤਰੀ ਦਾ ਹੱਥ ਤੇ ਜਦੋਂ ਤਿਆਰ ਹੁੰਦਾ ਪ੍ਰਸ਼ਾਦਾ, ਉਦੋਂ ਵੀ ਇਸਤਰੀ ਤਿਆਰ ਕਰਦੀ ਉਸ ਢੰਗ ਨਾਲ, ਤੇ ਇਸਤਰੀ ਦਾ ਹੱਥ ਜਿਹੜਾ ਉਹ ਛੋਹ ਗਿਆ, ਕਿਉਂਕਿ ਤਿਆਰ ਹੋਇਆ ਪ੍ਰਸ਼ਾਦਾ ਤੇ ਤਿਆਰ ਹੀ ਔਰਤ ਨੇ ਕੀਤਾ ਹੈ। ਇੱਥੇ ਭਾਵ ਸੁਚਮ ਤੋਂ ਹੈ ਕਿ ਬਹੁਤਾ ਲੰਮਾ ਸਮਾਂ ਪਿਆ ਭੋਜਨ ਜਿਹੜਾ ਹੈ, ਉਹ ਜਿਹੜਾ ਹੈ ਉਹਨੂੰ ਕੋਈ ਨਾ ਕੋਈ ਹੱਥ ਛੋਹ ਜਾਂਦਾ ਹੈ। ਇਸ ਕਰਕੇ ਉਹ ਵਸਤੂ ਨਾ ਲਵੇ। ਜਿਸ ਕਿਸ ਕੀ ਲੈ ਕਰਨ ਹੈ ਖਾਏ। ਇਹ ਦੂਜਾ ਬਚਨ ਕਿ ਇਹ ਨਹੀਂ ਵੀ ਜਿੱਥੋਂ ਕਿੱਥੋਂ ਮਰਜ਼ੀ ਲੈ ਕਰਕੇ ਛਕ ਲਵੇ। ਇਹ ਨਹੀਂ ਵੀ ਜਿਸ ਕਿਸੇ ਦੀ ਹਰ ਥਾਂ ਤੋਂ ਲੈ ਕੇ ਵਸਤੂ ਸਿੱਖ ਨਾ ਛਕੇ। ਸਿੱਖ ਸਾਧ ਕੋ ਨਹਿ ਬਨਿਆਏ। ਕਿਉਂਕਿ ਸਿੱਖ ਨੂੰ, ਸਾਧੂ ਨੂੰ ਐਸਾ ਨਹੀਂ ਬਣਨਾ ਆਉਂਦਾ, ਭਾਵ ਐਸਾ ਕਰਮ ਨਹੀਂ ਕਰਨਾ ਚਾਹੀਦਾ। ਭੋਜਨ ਪੱਕ ਖਾਏ ਸਭ ਕੇਰਾ। ਅਤੇ ਜਿਹੜਾ ਹਰ ਇੱਕ ਦੇ ਘਰ ਦਾ ਪੱਕਿਆ ਭੋਜਨ ਜਿਹੜਾ ਖਾਂਦਾ ਹੈ, ਕਿਸ ਕੋ ਟੋਟਾ ਪਰੈ ਬਡੇਰਾ। ਇਸ ਨੂੰ ਬਹੁਤ ਵੱਡਾ ਘਾਟਾ ਪੈਂਦਾ ਹੈ। ਉਸ ਦੇ ਕਾਰਨ ਅੱਗੇ ਦੱਸਦੇ ਹਨ। ਦੋਹਰਾ ਜਾਂ ਕੀ ਰਹਿਤ ਨ ਜਾਣੀਐ। ਤੇ ਮਹਾਰਾਜ ਕਹਿੰਦੇ ਜਿਹਦੀ ਰਹਿਤ ਨਾ ਜਾਣੀ, ਵੀ ਜਿਹਦੀ ਰਹਿਤ ਨਹੀਂ ਹੈ। ਗੁਰੂ ਮੰਤਰ ਨਹਿ ਰੀਤ। ਗੁਰੂ ਮੰਤਰ ਨੂੰ ਜਪਣ ਦੀ ਰੀਤੀ ਨਹੀਂ, ਜਿਹਦੇ ਕੋਲ ਮਰਿਆਦਾ ਨਹੀਂ, ਜਿਹੜਾ ਭਾਵ ਸਿਮਰਨ ਨਹੀਂ ਕਰਦਾ ਤੇ ਗੁਰੂ ਦੀ ਰਹਿਤ ਵਿੱਚ ਨਹੀਂ ਰਹਿੰਦਾ। ਤਾਕੋ ਭੋਜਨ ਖਾਏ ਕੈ। ਤੇ ਜੇ ਉਹਦੇ ਘਰ ਦਾ ਭੋਜਨ ਛਕੀਏ ਤੇ ਉਹਦੇ ਘਰ ਦਾ ਭੋਜਨ ਛਕ ਕਰਕੇ ਬਿਸਰੈ ਹਰਿ ਕੀ ਪ੍ਰੀਤ। ਰੱਬ ਦੀ ਪ੍ਰੀਤੀ ਭੁੱਲ ਜਾਂਦੀ ਹੈ ਜੇ ਉਹਦੇ ਘਰ ਦਾ ਖਾਈਏ।
ਕਈ ਵਾਰ ਅੱਜ ਐਸਾ ਕਰੀਏ ਤੇ ਕਈ ਕਹਿਣਗੇ ਕਿ ਇਹ ਪਖੰਡ ਹੈ, ਕੱਟੜਵਾਦ ਹੈ। ਨਹੀਂ ਗੁਰਮੁਖੋ, ਇਹ ਗੁਰਮਤ ਦੀ ਮਰਿਆਦਾ ਹੈ। ਗੁਰਬਾਣੀ ਪੜ੍ਹੀਏ ਤੇ ਗੁਰਬਾਣੀ ਦੇ ਵਿੱਚ ਸਭ ਤੋਂ ਵੱਡੇ 4 ਪਾਪਾਂ ਦਾ ਜ਼ਿਕਰ ਆਉਂਦਾ ਹੈ, ਤਾਂ ਉਹਦੇ ਵਿੱਚ ਇੱਕ ਇਸ ਚੀਜ਼ ਨੂੰ ਵੀ ਪਾਪ ਕਿਹਾ ਹੈ ਪਾਤਸ਼ਾਹ ਜੀ ਨੇ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀਏ, ਮਹਾਰਾਜ ਕਹਿੰਦੇ ਨੇ, ਬ੍ਰਾਹਮਣ ਕੈਲੀ ਘਾਤ ਕੰਜਕਾ, ਅਨਚਾਰੀ ਕਾ ਧਾਨ, ਫਿਟਕ ਫਿਟਕਾ ਕੋਟ ਬਦੀਆ, ਸਦਾ ਸਦਾ ਅਭਮਾਨ, ਪਾਹੇ ਏਤੇ ਜਾਹੇ ਵੀਸਰ, ਨਾਨਕਾ ਇੱਕ ਨਾਮ। ਬ੍ਰਾਹਮਣ ਤੋਂ ਭਾਵ ਬ੍ਰਹਮ ਗਿਆਨੀ ਦਾ ਕਤਲ ਕਰਨਾ, ਰੱਬ ਦੇ ਪਿਆਰੇ ਦਾ ਕਤਲ ਕਰਨਾ ਸਭ ਤੋਂ ਵੱਡਾ ਪਾਪ ਹੈ। ਜਿਵੇਂ ਜ਼ਕਰੀਆ ਖਾਨ ਨੇ ਭਾਈ ਤਾਰੂ ਸਿੰਘ ਨੂੰ ਸ਼ਹੀਦ ਕੀਤਾ ਸੀ, ਭਾਈ ਮਣੀ ਸਿੰਘ ਨੂੰ ਸ਼ਹੀਦ ਕੀਤਾ ਸੀ, ਉਸ ਪਾਪ ਬਦਲੇ ਉਹਨੂੰ ਬੜੇ ਦੁੱਖ ਭੋਗਣੇ ਪਏ। ਕੈਲੀ ਤੋਂ ਭਾਵ ਗਊ, ਗਊ ਤੋਂ ਭਾਵ ਗਰੀਬ ਨਾਲ ਧੱਕਾ ਕਰਨਾ, ਗਰੀਬ ਮਾਰ ਕਰਨੀ ਕਹਿੰਦੇ ਵੀ ਬਹੁਤ ਵੱਡਾ ਪਾਪ ਹੈ। ਕੰਜਕਾ ਦਾ ਅਰਥ ਹੈ ਲੜਕੀ। ਲੜਕੀ ਦਾ ਮਾਂ ਦੇ ਪੇਟ ਵਿੱਚ ਮਾਰ ਦੇਣਾ ਜਾਂ ਬਾਹਰ ਕਿਸੇ ਤਰੀਕੇ ਨਾਲ ਮਾਰ ਦੇਣਾ ਸਭ ਤੋਂ ਵੱਡਾ ਪਾਪ ਹੈ, ਜਿਹਨੂੰ ਆਪਾਂ ਭਰੂਣ ਹੱਤਿਆ ਕਹਿੰਦੇ ਹਾਂ। ਕਿਉਂਕਿ ਜਦੋਂ ਬੱਚਾ ਭਾਵੇਂ ਲੜਕੀ ਹੈ ਤੇ ਭਾਵੇਂ ਲੜਕਾ ਹੈ, ਜਦੋਂ ਮਾਂ ਦੇ ਪੇਟ ਵਿੱਚ ਬੱਚਾ ਹੈ, ਉਦੋਂ ਹਰ ਬੱਚਾ ਜਿਹੜਾ ਹੈ ਉਹ ਰੱਬ ਦਾ ਸਿਮਰਨ ਕਰਦਾ ਹੈ। ਬਾਣੀ ਦਾ ਫੈਸਲਾ ਹੈ ਤੇ ਸਿਮਰਨ ਕਰਨ ਵਾਲੇ ਨੂੰ ਬਾਣੀ ਨੇ ਭਗਤ ਕਿਹਾ। ਇਹਦਾ ਮਤਲਬ ਹੈ ਕਿ ਜੇ ਅਸੀਂ ਮਾਂ ਦੇ ਪੇਟ ਵਿੱਚ ਬੱਚੀ ਦਾ ਕਤਲ ਕਰਦੇ ਹਾਂ ਤੇ ਉਹ ਇੱਕ ਭਗਤ ਦਾ ਕਤਲ ਹੈ, ਇੱਕ ਸੰਤ ਦਾ ਕਤਲ ਹੈ, ਉਹ ਬਹੁਤ ਵੱਡਾ ਪਾਪ ਹੈ। ਸੋ ਕੰਜਕਾ ਮਾਰਨੀ ਵੀ ਪਾਪ ਹੈ। ਤੇ ਚੌਥਾ ਪਾਪ ਮਹਾਰਾਜ ਕਹਿੰਦੇ ਨੇ ਅਨਚਾਰੀ ਕਾ ਧਾਨ। ਅਨਚਾਰੀ ਦਾ ਅਰਥ ਹੁੰਦਾ ਅਨਆਚਾਰੀ। ਆਚਾਰ ਨਾਮ ਕਰੈਕਟਰ ਦਾ ਹੈ, ਜੀਵਨ ਦਾ ਹੈ। ਜਿਹਦਾ ਜੀਵਨ ਚੰਗਾ ਨਹੀਂ, ਜੀਵਨ ਤੋਂ ਰਹਿਤ ਉਹਦੇ ਘਰ ਦੇ ਪਦਾਰਥ ਖਾਣੇ ਜਿਹੜੇ ਨੇ ਉਹ ਵੀ ਇੱਕ ਪਾਪ ਹੈ। ਇਸ ਕਰਕੇ ਮਹਾਰਾਜ ਵੀ ਇੱਥੇ ਸਮਝਾ ਰਹੇ ਨੇ, ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ, ਕਿ ਜਿਹਦੀ ਰਹਿਤ ਨਹੀਂ ਜਾਣੀ ਜਾਂਦੀ, ਗੁਰੂ ਦਾ ਮੰਤਰ ਜਿਹਦੇ ਕੋਲ ਨਹੀਂਗਾ, ਉਹਦਾ ਭੋਜਨ ਖਾ ਕਰਕੇ ਰੱਬ ਨਾਲ ਪਿਆਰ ਵਿਸਰ ਜਾਂਦਾ ਹੈ, ਰੱਬ ਨਾਲੋਂ ਟੁੱਟ ਜਾਈਦਾ ਹੈ। ਇਹ ਸਭ ਰੀਤ ਵਿਚਾਰ ਕੈ, ਇਹ ਸਾਰੀ ਰੀਤੀ ਵਿਚਾਰ ਕਰਕੇ ਤਪਸੀ ਗਇਓ ਬਾਜ਼ਾਰ। ਤੇ ਤਪਸੀ ਜਿਹੜਾ ਸੀ ਤਪਸਵੀ, ਉਹ ਬਾਜ਼ਾਰ ਵਿੱਚ ਗਿਆ ਹੈ। ਨਗਰ ਵਿੱਚ ਇੱਕ ਸ਼ਾਹੂਕਾਰ, ਨਗਰ ਦੇ ਵਿੱਚ ਇੱਕ ਸ਼ਾਹੂਕਾਰ ਦਾ ਘਰ ਹੈ। ਵੱਡੋ ਜਗ ਕੋ ਸਾਰ, ਅਤੇ ਉਹ ਬੜਾ ਵੱਡਾ ਘਰ ਹੈ ਤੇ ਵੱਡੋ ਜੱਗ ਕੋ ਸਾਰ। ਤੇ ਉਹ ਸ਼ਾਹੂਕਾਰ ਜਿਹੜਾ ਹੈ ਵੱਡਾ ਜੱਗ ਹੀ ਲਾ ਛੱਡਦਾ ਘਰੇ, ਸਾਰਿਆਂ ਵਾਸਤੇ ਜਿਹੜਾ ਮਰਜ਼ੀ ਆ ਕਰਕੇ ਛਕੇ, ਪਦਾਰਥ ਲੈ ਜਾਵੇ। ਉਹਨੇ ਵੱਡਾ ਜੱਗ ਘਰ ਵਿੱਚ ਲਾਇਆ ਹੈ। ਚੌਪਈ ਵੱਡੀ ਭੀੜ ਪਰ ਰਹੀ ਨਕੇਤ। ਇਸ ਕਰਕੇ ਉਸ ਸ਼ਾਹੂਕਾਰ ਦੇ ਘਰ ਵਿੱਚ ਲੋਕਾਂ ਦੀ ਬਹੁਤ ਵੱਡੀ ਭੀੜ ਹੋਈ ਹੈ, ਕਿਉਂਕਿ ਉਹਦੇ ਘਰੋਂ ਪਦਾਰਥ ਮਿਲਦੇ, ਉਹ ਜੱਗ ਲਾ ਛੱਡਦਾ ਹੈ। ਬਹੁਤੀ ਭੀੜ ਲੋਕਾਂ ਦੀ ਹੈ। ਪਕਰ ਬਿਠਾਵੇ ਭੋਜਨ ਦੇਤ, ਅਤੇ ਜਿਹੜਾ ਉਹਦੇ ਘਰ ਆਉਂਦਾ ਹੈ ਤੇ ਉਹਨੂੰ ਫੜ ਕਰਕੇ ਬੜੇ ਪਿਆਰ ਨਾਲ ਬਿਠਾਇਆ ਜਾਂਦਾ ਹੈ ਤੇ ਭੋਜਨ ਦਿੱਤਾ ਜਾਂਦਾ ਹੈ। ਤਹਾਂ ਜਾਏ ਤਪਸੀ ਸਿਰ ਰਹਿਓ। ਕਹਿੰਦੇ ਉਸ ਸ਼ਾਹੂਕਾਰ ਦੇ ਘਰ ਦੇ ਸਾਹਮਣੇ, ਘਰ ਦੇ ਵਿੱਚ ਜਾ ਕਰਕੇ ਉਹ ਤਪਸਵੀ ਵੀ ਖਲੋਤਾ ਰਿਹਾ। ਕਿਨੇ ਬਿਠਾਏ ਨਹੀਂ ਕੁਛ ਕਹਿਓ। ਤਾਂ ਸਾਧੂ ਨੇ ਕਿਸੇ ਨੇ ਬਿਠਾਇਆ ਨਹੀਂ, ਕਿਉਂਕਿ ਜਿੰਨਾ ਚਿਰ ਕੋਈ ਬਿਠਾਵੇ ਨਾ ਉਹਨਾਂ ਚਿਰ ਛਕਣਾ ਨਹੀਂ ਸੀ। ਕਿਸੇ ਨੇ ਬਿਠਾਇਆ ਨਹੀਂ, ਨਾ ਹੀ ਕਿਸੇ ਨੇ ਛਕਣ ਵਾਸਤੇ ਕਿਹਾ ਹੈ। ਪ੍ਰਾਣ ਸੰਤੋਖ ਧਰਿਓ ਸੋ ਵਿਚਾਰੇ। ਅਤੇ ਵਿਚਾਰ ਕਰਕੇ ਸਾਧੂ ਨੇ ਇਹ ਸੰਤੋਖ ਦਾ ਪਰਨ ਧਾਰਿਆ ਹੈ। ਖਰਿਓ ਰਹਿਓ ਹੋਏ ਏਕ ਕਿਨਾਰੇ। ਅਤੇ ਇੱਕ ਪਾਸੇ ਹੋ ਕਰਕੇ ਖੜਾ ਰਿਹਾ, ਕਿਸੇ ਤੋਂ ਮੰਗਿਆ ਨਹੀਂਗਾ। ਸੰਤੋਖ ਦਾ ਪਰਨ ਧਾਰਿਆ ਹੈ ਕਿ ਆਪਣੇ ਆਪ ਬਹਿਣਾ ਨਹੀਂ, ਮੰਗ ਕਰਕੇ ਛਕਣਾ ਨਹੀਂ। ਜੇ ਕੋਈ ਆਵਾਜ਼ ਮਾਰੇਗਾ, ਬਿਠਾਵੇਗਾ, ਛਕਾਵੇਗਾ ਤੇ ਛਕ ਲਵਾਂਗੇ, ਨਹੀਂ ਤੇ ਇੱਥੇ ਖਲੋਤੇ ਰਹਿਣਾ। ਇੱਕ ਪਾਸੇ ਹੋ ਕਰਕੇ ਖਲੋਤਾ ਰਿਹਾ। ਨਿਸਜਬ ਵੀ ਸਭ ਲੋਕ ਪਿਆਨੇ। ਅਤੇ ਜਦੋਂ ਰਾਤ ਪੈ ਗਈ, ਸਮਾਂ ਲੰਘ ਗਿਆ ਤੇ ਸਾਰੇ ਲੋਕ ਛਕ ਕਰਕੇ ਚਲੇ ਗਏ ਹਨ। ਪਿਕ ਤਪਸੀ ਨਿਜ ਆਏ ਟਿਕਾਨੇ। ਅਤੇ ਤਪਸਵੀ ਵੀ ਨੇ ਸੋਚਿਆ ਵੀ ਹੁਣ ਚੱਲਦੇ ਆ ਘਰੇ, ਹੁਣ ਤਾਂ ਸਮਾਂ ਬਹੁਤਾ ਲੋੜ ਨਹੀਂ।
ਉਥੋਂ ਚੱਲ ਕਰਕੇ ਉਹ ਤਪਸਵੀ ਵੀ ਜਿਹੜਾ ਆਪਣੇ ਟਿਕਾਣੇ ਤੇ ਆ ਗਿਆ ਹੈ। ਆਦੀ ਰਾਤ ਭਈ ਜਿਸ ਕਾਲਾ, ਜਿਸ ਸਮੇਂ ਅੱਧੀ ਰਾਤ ਦਾ ਸਮਾਂ ਹੋਇਆ, ਦੋਇ ਦੇਵਨ ਕੇ ਦੂਤ ਕਰਾਲਾ। ਕਹਿੰਦੇ ਨੇ ਦੇਵਤਿਆਂ ਦੇ ਦੋ ਦੂਤ ਭਿਆਨਕ ਮਸਾਲਾ ਹੱਥਾਂ ਵਿੱਚ ਲੈ ਕਰਕੇ, ਜਵਲਤ ਮਸਾਲੇ ਹੱਥ ਨ ਲੀਨ, ਇਉਂ ਹੱਥਾਂ ਦੇ ਵਿੱਚ ਜਲਦੀਆਂ ਹੋਈਆਂ ਮਸਾਲਾ ਲੈ ਕਰਕੇ ਤਪਸੀ ਆਨ ਹਕਾਰਨ ਕੀਨ। ਤੇ ਉਸ ਤਪਸਵੀ ਦੇ ਕੋਲ ਆਏ ਤੇ ਉਸ ਨੂੰ ਸੱਦਿਆ ਹੈ। ਤੁਮ ਟਿਗ ਦੇਵਨ ਹਮੋ ਤੇ ਪਠਾਏ, ਕਹਿਣ ਲੱਗੇ ਤੁਹਾਡੇ ਕੋਲ ਸਾਨੂੰ ਦੇਵਤਿਆਂ ਨੇ ਭੇਜਿਆ ਹੈ ਮਹਾਰਾਜ ਕੀ ਆਗਿਆ ਲਿਆਏ। ਤੇ ਅਸੀਂ ਪਰਮੇਸ਼ਰ ਦੀ ਆਗਿਆ ਤੁਹਾਡੇ ਕੋਲ ਲੈ ਕੇ ਆਏ ਹਾਂ। ਉਠ ਕਰ ਹਮਰੇ ਸੰਗ ਸਿਦਾਰੋ, ਤੇ ਆਪ ਜੀ ਉੱਠ ਕਰਕੇ ਸਾਡੇ ਨਾਲ ਚੱਲੋ। ਪੁਰ ਮੈਂ ਸ਼ਾਹੂ ਤਿਸੀ ਕਰ ਜਾਰੋ। ਤੇ ਸਾਨੂੰ ਹੁਕਮ ਹੋਇਆ ਹੈ ਕਿ ਨਗਰ ਦੇ ਵਿੱਚ ਜਿਹੜਾ ਸ਼ਾਹੂਕਾਰ ਦਾ ਘਰ ਹੈ ਉਹ ਸਾੜਨਾ ਹੈ, ਉਹ ਘਰ ਰਹਿਣ ਨਹੀਂ ਦੇਣਾ। ਜਿਸ ਕਰ ਸੰਤ ਸ਼ੁੱਧਤ ਹੀ ਆਇਓ, ਤੇ ਜਿਸ ਸ਼ਾਹੂਕਾਰ ਦੇ ਘਰੋਂ ਇੱਕ ਸੰਤ ਇੱਕ ਸਾਧੂ ਭੁੱਖਾ ਹੀ ਵਾਪਸ ਆ ਗਿਆ ਹੈ, ਨਹਿ ਆਦਰ ਕੋ ਬਚ ਪੀ ਗਾਇਓ। ਅਤੇ ਤੁਸੀਂ ਉੱਥੇ ਖਲੋਤੇ ਰਹੇ ਆ, ਪਰ ਉਹਨਾਂ ਨੇ ਤੁਹਾਡਾ ਆਦਰ ਕਰਨ ਵਾਸਤੇ ਕੋਈ ਬਚਨ ਵੀ ਮੁਖ ਤੋਂ ਕਿਹਾ ਨਹੀਂ। ਸ਼ਾਹੂ ਤਿਸੀ ਨੇ ਪਾਪ ਕਮਾਏ, ਇਹ ਤਿਸ ਸ਼ਾਹੂਕਾਰ ਨੇ ਹੀ ਪਾਪ ਕਮਾਉਣਾ ਕੀਤਾ ਹੈ। ਤੁਬ ਸਹਾਏ ਹਿਤ ਹਮ ਚਲ ਆਏ। ਇਉਂ ਉਹ ਦੂਤ ਕਹਿਣ ਲੱਗੇ ਕਿ ਸੰਤ ਜੀ ਤੁਹਾਡੀ ਸਹਾਇਤਾ ਵਾਸਤੇ ਅਸੀਂ ਇੱਥੇ ਚੱਲ ਕੇ ਆਏ ਹਾਂ। ਚੱਲ ਆਗੇ ਕਰ ਦੇਹੋ ਦਿਖਾਈ, ਤੇ ਆਪ ਜੀ ਅੱਗੇ ਚੱਲੋ ਤੇ ਸਾਨੂੰ ਉਸ ਸ਼ਾਹੂਕਾਰ ਦਾ ਘਰ ਦਿਖਾਓ ਜਿਨੇ ਤੁਹਾਡਾ ਨਰਾਦਰ ਕੀਤਾ, ਤੁਹਾਨੂੰ ਬੈਠਣ ਵਾਸਤੇ ਵੀ ਕਿਹਾ ਨਹੀਂ, ਕੋਈ ਪ੍ਰਸ਼ਾਦਾ ਪਾਣੀ ਛਕਾਇਆ ਨਹੀਂ। ਸੁਨ ਕਰ ਤਪਸੀ ਭਇਓ ਅਗਵਾਈ, ਸੁਣ ਕਰਕੇ ਉਹ ਤਪਸੀ ਸਾਧੂ ਜਿਹੜਾ ਅੱਗੇ ਲੱਗਾ ਹੈ, ਮੁਝ ਕੋ ਪੀ ਇੱਕ ਦੇਹੋ ਮਸਾਲ। ਤੇ ਉਹਨਾਂ ਦੂਤਾਂ ਨੂੰ ਕਹਿਣ ਲੱਗਾ ਕਿ ਮੈਨੂੰ ਵੀ ਇੱਕ ਮਿਸਾਲ ਜਿਹੜੀ ਜਲਦੀ ਹੋਈ ਦੇ ਦਿਓ। ਦਈ ਤਿਨਹੋ ਗਹਿ ਕੈ ਕਰ ਨਾਲ, ਅਤੇ ਉਹਨਾਂ ਦੂਤਾਂ ਨੇ ਹੱਥ ਨਾਲ ਫੜ ਕਰਕੇ ਇੱਕ ਮਿਸਾਲ ਉਸ ਸਾਧੂ ਨੂੰ ਫੜਾਈ ਹੈ। ਦੂਤਨ ਕੋ ਤਬ ਲਗਿਓ ਜਵਾਲ, ਅਤੇ ਤਦੋਂ ਉਹ ਜਿਹੜਾ ਸਾਧੂ ਸੀ ਦੂਤਨ ਕੋ ਤਬ ਲਗਿਓ ਜਲਾਵਨ, ਉਹਨਾਂ ਦੂਤਾਂ ਨੂੰ ਹੀ ਸਾੜਨ ਲੱਗਾ। ਸ਼ਾਹੂਕਾਰ ਦਾ ਘਰ ਨਹੀਂ ਸਾੜਿਆ, ਜਦੋਂ ਮਿਸਾਲ ਹੱਥ ਵਿੱਚ ਆਈ ਤਾਂ ਉਹਨਾਂ ਦੂਤਾਂ ਨੂੰ ਸਾੜਨ ਲੱਗਾ ਹੈ। ਭਾਗੇ ਤਪਸੀ ਤੇ ਡਰ ਪਾਵਨ, ਤੇ ਉਸ ਤਪਸਵੀ ਤੋਂ ਡਰ ਪਾ ਕਰਕੇ ਉਹ ਦੂਤ ਭੱਜੇ ਹਨ। ਲਗਿਓ ਸੁਨਾਵਨ ਤਿਨ ਬਖਿਆਤਾ, ਤਾਂ ਉਹ ਸਾਧੂ ਤਿੰਨਾਂ ਨੂੰ ਪ੍ਰਗਟ ਹੀ ਬੋਲ ਕਰਕੇ ਬਚਨ ਸੁਣਾਉਣ ਲੱਗਾ ਹੈ। ਨੀਕੋ ਸ਼ਾਹੂ ਸਬਨ ਕੋ ਦਾਤਾ, ਕਹਿਣ ਲੱਗਾ ਕਿ ਸ਼ਾਹੂਕਾਰ ਮਾੜਾ ਨਹੀਂਗਾ, ਉਹ ਤੇ ਬੜਾ ਚੰਗਾ ਹੈ, ਸਾਰਿਆਂ ਨੂੰ ਸੋ ਰੋਜੀ ਦੇ ਰਿਹਾ ਹੈ, ਸਾਰਿਆਂ ਵਾਸਤੇ ਜਗ ਲਾਇਆ ਹੈ। ਵਿਸ਼ਨ ਜੇ ਅੰਤਰ ਜਾਮੀ ਪ੍ਰੇਰੈ, ਕਹਿੰਦੇ ਜੇ ਉਹ ਵਿਸ਼ਨ ਵਾਹਿਗੁਰੂ ਪਰਮੇਸ਼ਰ ਅੰਤਰਜਾਮੀ ਕਿਸੇ ਨੂੰ ਪ੍ਰੇਰਦਾ ਹੈ, ਤਉ ਦਾਤਾ ਦੇ ਤੋ ਬਿਨ ਦੇਰੈ। ਤਾਂ ਹੀ ਕੋਈ ਦਾਨੀ ਬਣਦਾ ਹੈ, ਤੇ ਤਾਂ ਹੀ ਕੋਈ ਬਿਨਾਂ ਦੇਰੀ ਤੋਂ ਕਿਸੇ ਨੂੰ ਵੰਡਦਾ ਹੈ, ਦਿੰਦਾ ਹੈ। ਸਭ ਜਗ ਕਰਤਾ ਕਿਰਤ ਕਰਾਵਤ, ਉਹ ਸਾਰੇ ਜਗਤ ਦਾ ਕਰਤਾ ਵਾਹਿਗੁਰੂ ਹੀ ਸਾਰੇ ਕਾਰਜ ਕਰਨ ਕਰਾਉਣ ਵਾਲਾ ਹੈ। ਕਹਾਂ ਸ਼ਾਹੂ ਵਸ ਜੀ ਪ੍ਰਭ ਦਿਆਵਤ, ਅਤੇ ਉਹ ਸਾਧੂ ਕਹਿਣ ਲੱਗਾ ਹੈ ਕਿ ਸ਼ਾਹੂਕਾਰ ਦੇ ਵਸ ਕੀ ਹੈ। ਜੇ ਪ੍ਰਭੂ ਦਿਵਾਉਂਦਾ ਤੇ ਸ਼ਾਹੂਕਾਰ ਕਿਵੇਂ ਰੁਕ ਸਕਦਾ ਸੀ ਮੈਨੂੰ ਦੇਣ ਤੋਂ। ਜੇ ਮਾਲਕ ਨੇ ਮੈਨੂੰ ਕੁਝ ਦਿਵਾਉਣਾ ਹੁੰਦਾ ਤੇ ਸ਼ਾਹੂਕਾਰ ਦੇ ਵਸ ਕੁਝ ਨਹੀਂ, ਉਹ ਰੋਕ ਸਕੇ। ਹਰ ਸੁਆਮੀ ਕਰਤਾ ਨਿਤ ਦਾਇਆ, ਅਤੇ ਉਹ ਵਾਹਿਗੁਰੂ ਸੁਆਮੀ ਸੋ ਨਿਤ ਹੀ ਦਇਆ ਕਰਦਾ ਹੈ। ਹਮ ਅਧੀਨ ਸਭ ਕਿਸ ਕੀ ਮਾਇਆ, ਤੇ ਅਸੀਂ ਸਾਰੇ ਉਸੇ ਦੀ ਮਾਇਆ ਦੇ ਅਧੀਨ ਹਾਂ। ਤੁਮ ਕੋ ਚਰਨ ਬੰਦਨਾ ਬਰਣੀ, ਅਤੇ ਉਸ ਵੇਲੇ ਉਹ ਸਾਧੂ ਕਹਿਣ ਲੱਗਾ ਦੂਤਾਂ ਨੂੰ ਕਿ ਮੈਂ ਤੁਹਾਡੇ ਚਰਨਾਂ ਤੇ ਨਮਸਕਾਰ ਕਰਦਾ, ਤੁਹਾਨੂੰ ਚਰਮ ਵੰਦਨਾ ਕਹਿੰਦਾ ਹਾਂ। ਐਸੀ ਫੇਰ ਨਹੀਂ ਕਬ ਕਰਨੀ, ਕਿ ਜਿਹੋ ਜੀ ਕਰਨੀ ਤੁਸੀਂ ਅੱਜ ਕਰਨ ਵਾਸਤੇ ਆਏ ਹੋ, ਇਹੋ ਜੀ ਕਰਨੀ ਦੁਬਾਰਾ ਕਦੇ ਨਹੀਂ ਕਰਨੀ। ਸੋ ਨਹੁ ਨੀਂਗਰਾ ਗੁਰ ਕਹਿਤੋ ਨਾ, ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਸਿੱਖਿਆ ਦਾ ਇੱਕ ਸਾਖੀ ਸੁਣਾਉਂਦੇ ਨੇ।
ਤਾਂ ਉਸ ਭਾਈ ਆਨੰਦ ਸਿੰਘ ਨੂੰ, ਬਾਲਕ ਨੂੰ, ਬੱਚਾ ਸੀ ਜਿਹੜਾ 18 ਕੁ ਸਾਲਾਂ ਦਾ, ਉਹਨੂੰ ਮਹਾਰਾਜ ਕਹਿੰਦੇ ਪੁੱਤਰ ਜੀ, ਬਾਲਕ ਜੀ ਸੁਣਨਾ ਕਰੋ, ਗੁਰੂ ਸਾਹਿਬ ਤੈਨੂੰ ਕਹਿ ਰਹੇ ਹਨ, ਤਿਆਗੀ ਬਣਹਿ ਨਾ ਤਾਂ ਐਸੇ ਹੋਣਾ। ਜੇ ਤੂੰ ਤਿਆਗੀ ਬਣਨਾ ਚਾਹਣਾ ਹੈ ਤੇ ਇਹੋ ਜਿਹਾ ਬਣ, ਫਿਰ ਇਹੋ ਜਿਹਾ ਤਿਆਗੀ ਬਣ। ਗੁਰਮੁਖੋ, ਕੇਵਲ ਘਰ-ਬਾਰ ਤਿਆਗ ਦੇਣਾ ਉਹਨੂੰ ਤਿਆਗੀ ਨਹੀਂ ਕਿਹਾ ਜਾਂਦਾ। ਗੁਰਮਤਿ ਦਾ ਸਿਧਾਂਤ ਕੁਝ ਵੱਖਰਾ ਹੈ। ਬਾਕੀ ਧਰਮਾਂ ਦੇ ਵਿੱਚ ਘਰ-ਬਾਰ ਤਿਆਗ ਦੇਣ ਨੂੰ ਤਿਆਗੀ ਮੰਨਿਆ ਜਾਂਦਾ ਹੈ, ਪਰ ਗੁਰਮਤਿ ਦੇ ਵਿੱਚ ਐਸਾ ਨਹੀਂਗਾ। ਗੁਰਬਾਣੀ ਪੜ੍ਹੀਏ ਤੇ ਗੁਰਬਾਣੀ ਦਾ ਫੈਸਲਾ ਹੈ ਕਿ ਘਰ-ਬਾਰ ਤਾਂ ਛੱਡ ਦਿੱਤਾ। ਬਾਬਾ ਕਬੀਰ ਸਾਹਿਬ ਦੇ ਬਚਨ ਨੇ, ਗ੍ਰਹਿਓ ਤਜ ਬਨ ਖੰਡ ਜਾਈਐ, ਚੁਨ ਖਾਈਐ ਕੰਦਾ, ਅਜਹੁ ਵਿਕਾਰ ਨ ਛੋਡਾਈ ਪਾਪੀ ਮਨ, ਮੰਦਾ ਕਿਉ ਛੂਟਾਉ ਕੈਸੇ ਤਰਾਉ, ਭਵਜਲ ਨਿਧ ਭਾਰੀ, ਰਾਖ ਰਾਖ ਮੇਰੇ ਬੀਠੁਲਾ ਜਨ ਸਰਨ ਤੁਮਾਰੀ, ਬਿਖੈ ਬਿਖੈ ਕੀ ਬਾਸਨਾ ਤਜੀ ਨਹਿ ਜਾਏ, ਅਨਕ ਜਤਰ ਕਰ ਰਾਖੀਐ ਫਿਰ ਫਿਰ ਲਪਟਾਏ। ਬਾਬਾ ਕਬੀਰ ਜੀ ਕਹਿੰਦੇ ਨੇ, ਘਰ ਤਾਂ ਛੱਡ ਦਿੱਤਾ, ਜੰਗਲ ਵਿੱਚ ਚਲਾ ਗਿਆ, ਪ੍ਰਸ਼ਾਦਾ ਪਾਣੀ ਤਿਆਗ ਕਰਕੇ ਕੰਦ ਮੂਲ ਪੱਤੇ ਖਾਂਦਾ ਹੈ, ਫਲ ਖਾਂਦਾ ਹੈ, ਪਰ ਕਹਿੰਦੇ ਪਰਿਵਾਰ ਛੱਡ ਦਿੱਤਾ, ਘਰ ਛੱਡ ਦਿੱਤਾ, ਜਿਹੜੀ ਵਸਤੂ ਛੱਡਣੀ ਸੀ ਅਜਹੁ ਵਿਕਾਰ ਨਾ ਛੋਡਈ। ਵਿਕਾਰ ਤੇ ਅਜੇ ਛੱਡੇ ਹੀ ਨਹੀਂ। ਪਾਪੀ ਮਨ ਮੰਦਾ, ਪਾਪੀ ਤਾਂ ਅਜੇ ਵੀ ਮਨ ਹੈ, ਅਜੇ ਵੀ ਮੰਦੇ ਖਿਆਲ ਸੋਚਦਾ ਪਿਆ। ਘਰ ਨਹੀਂ ਛੋਡਣ ਦੀ ਲੋੜ। ਬਾਹਰੇ ਕਹਿੰਦੇ ਘਰ ਛੁੱਟ ਕਰਕੇ ਕੋਈ ਭਾਵੇਂ ਪਰਦੇਸ ਵਿੱਚ ਚਲਾ ਗਿਆ, ਦੂਸਰੇ ਇਲਾਕੇ ਵਿੱਚ ਚਲਾ ਗਿਆ, ਕਿਉਂ ਗਿਆ? ਕਿ ਇੱਥੇ ਮੇਰੀ ਜਾਣ ਪਛਾਣ ਵਾਲੇ ਨੇ, ਫਿਰ ਮੈਨੂੰ ਲੈ ਆਉਣਗੇ, ਮੇਰਾ ਸਤਿਕਾਰ ਨਹੀਂ ਹੋਣਾ। ਬਾਹਰੇ ਕਹਿੰਦੇ ਦੇਸ ਛੋੜ ਪਰਦੇਸ ਹਟਾਇਆ, ਪੰਜ ਚੰਡਾਲ ਨਾਲੇ ਲੈ ਆਇਆ। ਕਹਿੰਦੇ ਘਰ ਛੱਡ ਕਰਕੇ, ਆਪਣਾ ਦੇਸ਼ ਛੱਡ ਕਰਕੇ ਦੂਜੇ ਦੇਸ਼ ਵਿੱਚ ਚਲਾ ਗਿਆ, ਪਰ ਜਿਨ੍ਹਾਂ ਨੂੰ ਛੱਡਣਾ ਸੀ ਉਹ ਪੰਜ ਚੰਡਾਲ ਜਿਹੜੇ ਵਕਾਰ ਨੇ ਉਹ ਨਾਲ ਹੀ ਲਈ ਫਿਰਦਾ ਹੈ। ਸਤਿਗੁਰਾਂ ਨੇ ਸਾਨੂੰ ਘਰ ਤਿਆਗਣ ਵਾਸਤੇ ਨਹੀਂ ਕਿਹਾ, ਸੰਤੋਖੀ ਬਣਨ ਦਾ ਇੱਥੇ ਉਪਦੇਸ਼ ਦੇ ਰਹੇ ਨੇ। ਇੱਥੇ ਘਰ ਤਿਆਗਣ ਦੀ ਗੱਲ ਨਹੀਂ ਕਰ ਰਹੇ ਕਿ ਜੇ ਤਿਆਗੀ ਬਣਨਾ ਤੇ ਇਹੋ ਜਿਹਾ ਬਣੇ। ਫਿਰ ਇਹ ਨਹੀਂ ਵੀ ਜੇ ਘਰ ਵੀ ਛੱਡ ਦਿੱਤਾ ਹੈ, ਕਈ ਹੁਣ ਗੁਰਮੁਖ ਆਨੰਦ ਕਾਰਜ ਨਹੀਂ ਕਰਵਾਉਂਦੇ, ਚਲੋ ਕਿਸੇ ਦੀ ਇੱਛਾ ਹੈ, ਵੱਖਰਾ ਵਿਸ਼ਾ ਹੈ। ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਆਨੰਦ ਕਾਰਜ ਨਹੀਂ ਹੋਇਆ, ਪਰ ਉਹਨਾਂ ਇਹ ਨਹੀਂ ਕਿਹਾ ਵੀ ਆਨੰਦ ਕਾਰਜ ਨਾ ਕਰਾਉਣ ਨਾਲ ਗੁਰੂ ਖੁਸ਼ ਹੁੰਦਾ। ਉਹ ਤੇ ਉਹਨਾਂ ਦੀ ਆਪਣੀ ਮਰਜ਼ੀ ਸੀ, ਉਹਨਾਂ ਨੇ ਸੇਵਾ ਕਰਨੀ ਸੀ, ਸਮਾਂ ਨਹੀਂ ਲੱਗਾ, ਉਹ ਵੱਖਰਾ ਵਿਸ਼ਾ ਹੈ। ਪਰ ਇਹ ਭਾਵਨਾ ਰੱਖਣੀ ਕਿ ਆਨੰਦ ਕਾਰਜ ਨਾ ਕਰਾਉਣ ਨਾਲ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ, ਇਸ ਨੂੰ ਗੁਰਮਤਿ ਨੇ ਪ੍ਰਵਾਨ ਨਹੀਂ ਕੀਤਾ। ਆਪਣੀ ਮੌਜ ਵਿੱਚ ਕੋਈ ਗੁਰਮੁਖ ਨਹੀਂ ਕਰਵਾਉਂਦਾ, ਉਹ ਵੱਖਰਾ ਵਿਸ਼ਾ ਹੈ, ਪਰ ਭਾਵਨਾ ਜਿਹੜੀ ਇਹ ਨਹੀਂ ਹੋਣੀ ਚਾਹੀਦੀ ਕਿ ਆਨੰਦ ਕਾਰਜ ਨਾ ਹੋਣ ਨਾਲ ਗੁਰੂ ਦੀ ਖੁਸ਼ੀ ਹੁੰਦੀ। ਨਹੀਂ, ਜਿਹਨੇ ਆਨੰਦ ਕਾਰਜ ਕਰਵਾਇਆ ਜੇ ਉਹ ਚੰਗੇ ਜੀਵਨ ਵਾਲਾ, ਗੁਰੂ ਦੀ ਉਹਦੇ ਤੇ ਵੀ ਖੁਸ਼ੀ ਹੈ, ਤੇ ਜਿਹਨੇ ਆਨੰਦ ਕਾਰਜ ਨਹੀਂ ਕਰਵਾਇਆ ਜੇ ਉਹ ਚੰਗੇ ਜੀਵਨ ਵਾਲਾ, ਤੇ ਉਹਦੇ ਤੇ ਵੀ ਖੁਸ਼ੀ। ਗੱਲ ਜੀਵਨ ਦੀ ਹੈ। ਚੰਗਾ ਜੀਵਨ ਜਿਹਦਾ ਬਣ ਗਿਆ ਉਹਨਾਂ ਦੋਨਾਂ ਤੇ ਖੁਸ਼ੀ ਹੈ। ਅਨੇਕਾਂ ਸਿੱਖ, ਭਾਈ ਗੁਰਦਾਸ ਜੀ ਆਨੰਦ ਕਾਰਜ ਨਹੀਂ ਕਰਵਾਇਆ, ਪਰ ਉਹਨਾਂ ਨੇ ਗ੍ਰਸਤ ਦੀ ਮਹਾਨਤਾ ਸਭ ਤੋਂ ਵੱਡੀ ਲਿਖੀ ਹੈ। ਸੋ ਇਸ ਕਰਕੇ ਗੁਰਮੁਖੋ, ਤਿਆਗੀ ਬਣਨਾ ਹੈ ਤੇ ਐਸੇ ਤਿਆਗੀ ਬਣਨਾ, ਵਿਕਾਰਾਂ ਦਾ ਤਿਆਗ ਕਰਨਾ ਹੈ। ਜੇ ਆਮ ਤਿਆਗੀਆਂ ਵਰਗੇ ਹੁੰਦੇ ਇਹ ਸਾਧੂ ਜੀ, ਤਾਂ ਇਹਨੇ ਕਹਿਣਾ ਸੀ ਸਾੜ ਦਿਓ ਘਰ ਉਹਦਾ। ਨਹੀਂ, ਆਖਿਆ ਨਹੀਂ, ਇਹ ਵਾਹਿਗੁਰੂ ਦੇ ਹੱਥ ਹੈ, ਪਰਮੇਸ਼ਰ ਦੇ ਹੱਥ ਹੈ। ਮਹਾਰਾਜ ਕਹਿੰਦੇ ਸਿੱਖਾ ਜੇ ਤਿਆਗੀ ਬਣਨਾ ਹੈ ਤੇ ਫਿਰ ਇਹੋ ਜਿਹਾ ਬਣ, ਪਰ ਅਵਗੁਣ ਚਿਤਵੋ ਨਹਿ ਕੋਈ, ਤੇ ਪਰਾਏ ਦਾ ਔਗਣ ਚਿੱਤ ਦੇ ਵਿੱਚ ਕਦੇ ਵਿਚਾਰੀ ਨਾ। ਕਿਉਂਕਿ ਸਾਡਾ ਅੱਜ ਸੁਭਾਅ ਬਣ ਗਿਆ ਦੂਜੇ ਦੇ ਔਗਣ ਵਿਚਾਰਨਾ, ਆਪਣੇ ਨਹੀਂ ਵੇਖਦੇ। ਸੋ ਇਹ ਧਿਆਨ ਦੇਣ ਵਾਲਾ ਬਚਨ ਹੈ ਗੁਰਮੁਖੋ। ਔਗਣ ਸਾਰਿਆਂ ਵਿੱਚ ਹੁੰਦੇ ਆ, ਗੁਣ ਵੀ ਸਾਰਿਆਂ ਵਿੱਚ ਹੁੰਦੇ। ਕਿਸੇ ਵਿੱਚ ਗੁਣ ਵੱਧ ਨੇ, ਔਗਣ ਘੱਟ ਨੇ, ਕਿਸੇ ਵਿੱਚ ਔਗਣ ਜ਼ਿਆਦਾ ਨੇ ਤੇ ਗੁਣ ਘੱਟ ਨੇ। ਕਿਉਂਕਿ ਵਿਦਵਾਨਾਂ ਨੇ ਲਿਖਿਆ, ਗੁਣ ਅਵਗੁਣ ਹੈ ਸਭ ਵਿਖੈ, ਇਨ ਬਿਨ ਜੰਤ ਨਾ ਕੋਏ। ਇਹਨਾਂ ਤੋਂ ਬਿਨਾਂ ਜੀਵ ਕੋਈ ਹੈ ਹੀ ਨਹੀਂਗਾ। ਜਿਹਦੇ ਵਿੱਚ ਗੁਣ ਵੱਧ ਜਾਂਦੇ ਨੇ ਉਹਦੇ ਤੇ ਗੁਰੂ ਦੀ ਕਿਰਪਾ ਹੋ ਜਾਂਦੀ, ਜਿਹਦੇ 'ਚ ਔਗਣ ਵੱਧ ਜਾਂਦੇ ਉਹ ਖਾਲੀ ਰਹਿ ਜਾਂਦਾ। ਇਸ ਕਰਕੇ ਔਗਣ ਤਾਂ ਸਾਰਿਆਂ ਵਿੱਚ ਹੀ ਹੁੰਦੇ ਆ, ਪਰ ਅਸੀਂ ਪਰਾਏ ਦੇ ਔਗਣ ਦੇਖਦੇ ਹਾਂ, ਆਪਣੇ ਆਪ ਦੀ ਕਦੇ ਪੜਚੋਲ ਨਹੀਂ ਕਰਦੇ, ਆਪਣੇ ਆਪ ਨੂੰ ਕਦੇ ਵਾਚਦੇ ਨਹੀਂ। ਮਹਾਰਾਜ ਤੇ ਕਹਿੰਦੇ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ।
ਇਸ ਕਰਕੇ ਮਹਾਰਾਜ ਕਹਿੰਦੇ ਪਰਾਏ ਦੇ ਔਗਣ ਮਨ ਦੇ ਵਿੱਚ ਨਾ ਵਿਚਾਰੀ। ਜਿਵੇਂ ਸਾਧੂ ਨੇ ਦੋਸ਼ ਸ਼ਾਹੂਕਾਰ ਨੂੰ ਨਹੀਂ ਦਿੱਤਾ, ਆਪਣੇ ਆਪ ਨੂੰ ਦਿੱਤਾ ਹੈ, ਤੇ ਵਾਹਿਗੁਰੂ ਦੀ ਖੇਡ ਦੱਸੀ ਹੈ ਕਿ ਉਹਦੇ ਹੱਥ ਹੈ। ਪਰਾਏ ਔਗਣਾਂ ਨੂੰ ਚਿਤਾਰੀ ਨਾ। ਸੁਨ ਕਰ ਨਿਮਰ ਦੂਤ ਦਵੈ ਹੋਈ। ਸੁਣ ਕਰਕੇ ਦੋਵੇਂ ਦੂਤ ਨਿਮਰਤਾ ਵਿੱਚ ਆਏ ਹਨ ਵਿਦਾ ਹੋਏ ਪਹੁੰਚੇ ਦਰਬਾਰਾ। ਤੇ ਵਿਦਾ ਹੋ ਕਰਕੇ ਪਰਮੇਸ਼ਰ ਦੇ ਦਰਬਾਰ ਵਿੱਚ ਪਹੁੰਚੇ। ਮਹਾਰਾਜ ਸੰਗ ਸਕਲ ਉਚਾਰਾ। ਮਹਾਰਾਜ ਪਰਮੇਸ਼ਰ ਨੂੰ ਸਾਰੀ ਗੱਲ ਦੱਸੀ ਹੈ ਪਰਚਿਓ ਸੱਚ ਪਰਚੇ ਵਿੱਚ ਸਾਚਾ। ਕਿ ਮਹਾਰਾਜ ਉਹ ਸੱਚਾ ਸਾਧੂ ਹੈ ਤੇ ਸੱਚੇ ਪਰਚੇ ਵਿੱਚ ਸੱਚੇ ਜੀਵਨ ਵਿੱਚ ਲੱਗਾ ਹੋਇਆ ਹੈ। ਗਇਓ ਸੰਤੋਖ ਉਬਾਚ ਨਾ ਜਾਚਾ। ਉਹ ਸੰਤੋਖ ਧਾਰ ਕਰਕੇ ਗਿਆ ਹੈ ਤੇ ਉਸਨੇ ਕਹਿ ਕਰਕੇ ਮੰਗਿਆ ਨਹੀਂ, ਸੰਤੋਖ ਨਹੀਂ ਛੱਡਿਆ। ਕਰਤਾ ਪੁਰਖ ਮਹਾਨ ਪ੍ਰਸੰਨੇ। ਤੇ ਕਰਤਾ ਪੁਰਖ ਵਾਹਿਗੁਰੂ ਜੀ ਉਸ ਵੇਲੇ ਸਾਧੂ ਤੇ ਬਹੁਤੇ ਖੁਸ਼ ਹੋਏ ਹਨ। ਗੁਣ ਸੰਤੋਖ ਆਦ ਮਨ ਮੰਨੇ। ਤੇ ਗੁਣ ਜਿਹੜੇ ਸੰਤੋਖ ਆਦਿਕ ਸੀ ਸਾਧੂ ਦੇ, ਵੀ ਉਹਨਾਂ ਗੁਣਾਂ ਨੂੰ ਮੰਨਿਆ ਹੈ ਪਰਮੇਸ਼ਰ ਨੇ ਕਿ ਵਾਕਈ ਇਹ ਸੰਤੋਖੀ ਹੈ। ਸੰਤੋਖੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਅਥਵਾ ਉਸ ਸਾਧੂ ਨੇ ਉਹ ਸੰਤੋਖ ਆਦਿਕ ਗੁਣ ਹਿਰਦੇ ਵਿੱਚ ਮੰਨੇ ਨੇ, ਧਾਰਨ ਕੀਤੇ ਹਨ। ਪਠ ਬਿਬਾਨ ਕੋ ਨਿਕਟ ਬੁਲਾਇਓ। ਤਾਂ ਪਰਮੇਸ਼ਰ ਨੇ ਉਸੇ ਵੇਲੇ ਸੁੰਦਰ ਬਿਬਾਨ ਭੇਜ ਕਰਕੇ ਉਸ ਸਾਧੂ ਨੂੰ ਆਪਣੇ ਕੋਲ ਬੁਲਾਇਆ ਹੈ। ਆਪਨ ਲੋਕ ਮੈਂ ਭਲੇ ਬਸਾਇਓ। ਤਾਂ ਉਸ ਸਾਧੂ ਨੂੰ ਆਪਣੇ ਲੋਕ ਵਿੱਚ ਸੱਚਖੰਡ ਦੇ ਵਿੱਚ ਭਲੀ ਪ੍ਰਕਾਰ ਵਾਸਾ ਦਿੱਤਾ ਹੈ, ਸਦਾ ਵਾਸਤੇ ਆਪਣੇ ਚਰਨਾਂ ਦੇ ਵਿੱਚ। ਇਉਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਨੰਦ ਸਿੰਘ ਜੋ ਬਾਲਕ ਸੀ ਉਹਨੂੰ ਸਮਝਾ ਰਹੇ ਨੇ ਕਿ ਜੇ ਤਿਆਗੀ ਬਣਨਾ ਤੇ ਇਸ ਸਾਧੂ ਵਰਗਾ ਬਣ। ਇੱਕ ਸਿੱਖਿਆਦਾਇਕ ਸਾਖੀ ਸੁਣਾ ਕਰਕੇ ਤਿਆਗ ਦੀ ਗੱਲ ਸਮਝਾਈ ਹੈ। ਤਿਆਗੀ ਬਣਨਾ ਹੋਵੇ ਤੇ ਗੁਰਮੁਖੋ ਤਿਆਗ ਦਾ ਵੀ ਤਿਆਗ ਕਰਨਾ ਪੈਂਦਾ। ਜਦੋਂ ਅਸੀਂ ਕਹਿੰਦੇ ਮੈਂ ਤਿਆਗੀ ਤੇ ਮੈਂ ਤੇ ਫਿਰ ਵਿੱਚ ਵੜੀ ਫਿਰਦੀ ਹੈ, ਨਹੀਂ, ਉਸ ਮੈਂ ਦਾ ਵੀ ਤਿਆਗ ਕਰਨਾ ਪੈਣਾ ਕਿ ਨਹੀਂ, ਉੱਥੇ ਨਹੀਂ। ਉਹ ਮੈਂ ਤਿਆਗੀ ਕਹਿੰਦੇ ਆ ਤੇ ਮੈਂ ਫਿਰ ਵਿੱਚ ਵੜ ਗਈ ਹੈ। ਇਸ ਕਰਕੇ ਤਿਆਗੀ ਬਣਨਾ ਬੜਾ ਔਖਾ ਹੈ। ਜੇ ਤਿਆਗੀ ਬਣਨਾ ਹੈ ਤੇ ਸਭ ਕੁਝ ਵਾਹਿਗੁਰੂ ਦੇ ਉੱਪਰ ਨਿਰਭਰ ਕਰ ਦਈਏ, ਪਰਮੇਸ਼ਰ ਦੇ ਅੱਗੇ ਛੱਡ ਦਈਏ ਕਿ ਮੈਂ ਕੁਝ ਵੀ ਨਹੀਂ ਕਰਨ ਵਾਲਾ, ਜੋ ਕੁਝ ਕਰਨ ਵਾਲਾ ਪਰਮੇਸ਼ਰ ਹੈ, ਤਾਂ ਉਹਦੀ ਬਖਸ਼ਿਸ਼ ਹੋਵੇਗੀ, ਤਾਂ ਉਹਦੀ ਰਹਿਮਤ ਹੋਵੇਗੀ। ਦੂਸਰਾ ਪੱਖ ਵੀ ਗ੍ਰਸਤੀਆਂ ਵਾਲਾ ਸਤਿਗੁਰੂ ਜੀ ਸਾਖੀ ਦੇ ਰਾਹੀਂ ਹੀ ਭਾਈ ਨੰਦ ਸਿੰਘ ਨੂੰ ਸਮਝਾਉਣਗੇ। ਉਹ ਅਗਲੇ ਪ੍ਰਸੰਗ ਵਿੱਚ ਆਪਾਂ ਅਗਲੇ ਦੀਵਾਨਾਂ ਵਿੱਚ ਗੁਰੂ ਕਿਰਪਾ ਦੁਆਰਾ ਸਰਵਣ ਕਰਾਂਗੇ। ਅੱਜ ਦੇ ਪ੍ਰਸੰਗ ਵਿੱਚੋਂ ਸਾਨੂੰ ਸਿਧਾਂਤ ਮਿਲਿਆ ਹੈ ਕਿ ਗੁਰਮੁਖੋ ਜੇ ਤਿਆਗੀ ਬਣਨਾ ਹੈ ਤੇ ਪਰਿਵਾਰ ਤਿਆਗਣ ਦੀ ਲੋੜ ਨਹੀਂ, ਵਿਕਾਰ ਤਿਆਗਣ ਦੀ ਲੋੜ ਹੈ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਖਾਵੰਦਿਆਂ ਪੈਨੰਦਿਆਂ ਵਿੱਚੇ ਹੋਵੇ ਮੁਕਤ। ਜੇ ਗੁਰੂ ਦਾ ਮਿਲਾਪ ਹੋ ਗਿਆ, ਹੱਸਦਿਆਂ ਖੇਡਦਿਆਂ ਘਰ ਪਰਿਵਾਰ ਵਿੱਚ ਰਹਿੰਦਿਆਂ ਗੁਰੂ ਦੀ ਮਰਿਆਦਾ ਵਿੱਚ, ਤਾਂ ਘਰੇ ਹੀ ਮੁਕਤ ਹੋਵਾਂਗੇ। ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲਤਰ ਵਿੱਚੇ ਗਤ ਪਾਈ। ਇਹ ਸਿਧਾਂਤ ਸਾਨੂੰ ਪ੍ਰਾਪਤ ਹੋਇਆ ਹੈ। ਸਮਾਂ ਸਮਾਪਤ ਹੈ। ਵਿਚਾਰ ਨੂੰ ਵੀ ਇੱਥੇ ਸੰਕੋਚਦੇ ਹਾਂ। ਸਮੂਹ ਪ੍ਰਬੰਧਕ ਜਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸੋ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈਡ ਗ੍ਰੰਥੀ ਸਾਹਿਬ, ਉਹਨਾਂ ਦਾ ਧੰਨਵਾਦ। ਗਿਆਨੀ ਹਰਮਿੱਤਰ ਸਿੰਘ ਜੀ ਦਾ ਧੰਨਵਾਦ। ਗੁਰੂ ਕੇ ਵਜ਼ੀਰ ਜਿਨ੍ਹਾਂ ਨੇ ਪਾਠ ਕਰਵਾਇਆ ਕਥਾ ਦਾ, ਉਹਨਾਂ ਦਾ ਧੰਨਵਾਦ। ਕੋਟਾਨ ਕੋਟ ਧੰਨਵਾਦ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਧੰਨ ਗੁਰੂ ਰਾਮਦਾਸ ਜੀ ਦਾ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਆਪਣੇ ਪਾਵਨ ਅਸਥਾਨਾਂ ਤੇ ਸੋ ਇਹ ਕਥਾ ਦੇ ਰੂਪ ਵਿੱਚ ਹਾਜ਼ਰੀ ਲਵਾਉਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਇਤਨੀ ਸੇਵਾ ਪ੍ਰਵਾਨ ਕਰਿਓ, ਭੁੱਲਾਂ ਦੀ ਖਿਮਾ ਬਖਸ਼ਿਓ। ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ। ਪਠ ਬਿਬਾਨ ਕੋ ਨਿਕਟ ਬੁਲਾਇਓ, ਆਪਨ ਲੋਕ ਮੈਂ ਭਲੇ ਬਸਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।